ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਆਇਓ ਸਰਣ ਤੁਹਾਰੀ। ਮਿਲੈ ਸੁਖ ਨਾਮ ਹਰਿ ਸੋਭਾ। चिंता लाही हमारी। अवर न सूझे दूजी ठहर। हार परियो तो दुआरी। लिखा छूट अलिखै छूटह। हम निर्गुण लेहो उबारी। सदबक सिंध सदा मेहरबाना। सबना धी आधारी। नानक दास संत पाछै परियो। राख लेहो एह बारी। ज्ञान ध्यान किस कर्म ना जाना। नाहिन निर्मल करनी। साध संगत कै अंचल लावहु। बेखम नदी जाए तरनी। कोई गावे को सुनै। हर नामा चित लाए। कहो कबीर संसार नहीं। अंत परम गत पाहे। बेशुमार अथः अगनत अतुल। ज्यों बुलावहो त्यों नानक दास बोले। बेशुमार अथः अगनत अतुल। ज्यों बुलावहो त्यों नानक दास बोले। सतनाम श्री वाहिगुरु साहिब जीओ। श्लोक संत उदरण दयालं आसरं गोपाल कीर्तन है। निर्मलं संत संगेण ओट नानक परमेश्वर है। चंदन चांदना फर्द रुत मूल न मिटई काम। शीतल थीवै नानका जपंदड़ो हर नाम। पौड़ी चरण कमल की ओट उदरे सगल जन। सुन प्रताप गोविंद निरपौ भये मन। टोट न आवै मूल संचिया नाम धन। संत जना स्यों संग पाइयै वड्डै पुन। आठ पहर हर ध्याए हर जस नित सुन। श्लोक संत उदरण दयालं आसरं गोपाल कीर्तन है।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਪਾਵਨ 10 ਗੁਰੂ ਸਰੂਪ ਧਾਰਨ ਕਰਕੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤੇ ਅਤੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ 1430 ਪੰਨਿਆਂ ਦੇ ਅੰਦਰ ਬਾਣੀ ਲਿਖੀ ਗਈ ਹੈ। ਇਹ ਬਾਣੀ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਦੀ ਹੈ। ਸੋ ਆਪ ਸੰਗਤਾਂ ਜੈਤ ਸ੍ਰੀ ਵਾਰ ਦੀ ਕਥਾ ਸਰਵਣ ਕਰ ਰਹੇ ਹੋ। ਦਿਗਵਿਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਇਆ, ਬੇਨਤੀ ਕੀਤੀ, ਮਹਾਰਾਜ ਸਾਡੇ ਹਿੰਦੂ ਧਰਮ ਦੇ ਵਿੱਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ, ਗਰੜ ਪੁਰਾਣ ਦਾ ਪਾਠ ਅਤੇ ਕਥਾ ਕੀਤੀ ਜਾਂਦੀ ਹੈ ਉਹਦੀ ਕਲਿਆਣ ਵਾਸਤੇ। ਸਿੱਖ ਧਰਮ ਦੇ ਵਿੱਚ ਕੀ ਮਰਜ਼ਾਦਾ ਹੈ, ਤਾਂ ਗਰੀਬਨ ਵਾਇਸ ਸਤਿਗੁਰੂ ਜੀ ਨੇ ਆਖਿਆ ਕਿ ਜੈਤ ਸ੍ਰੀ ਰਾਗ ਦੀ ਵਾਰ ਹੈ। ਇਹਦੇ 20 ਸ਼ਲੋਕ ਨੇ। ਇਹਨਾਂ ਦੀ ਕਥਾ ਗੁਰਸਿੱਖ ਕਰਨਗੇ ਤੇ ਬਾਣੀ ਦੀ ਕਥਾ ਸੁਣ ਕੇ ਸ਼ੋਕ ਤੇ ਮੋਹ ਦੀ ਨਿਵਰਤੀ ਹੋਵੇਗੀ, ਮਨ ਨੂੰ ਧੀਰਜ ਮਿਲੇਗਾ, ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤੇਗੀ। ਉਸ ਪਵਿੱਤਰ ਵਾਰ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਹੁਣ 17ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਗਰੀਬਨ ਵਾਇਸ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ, ਜੋ ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦਾ ਨਿਰਣਾ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਸ਼ਲੋਕ ਕਾਵ ਰਚਨਾ ਵੀ ਛੰਦ ਦਾ ਨਾਮ ਹੈ। ਸੰਤ ਉਦਰਣ ਦਿਆਲੰ, ਉਹ ਵਾਹਿਗੁਰੂ ਦਿਆਲੰ, ਦਇਆ ਦਾ ਘਰ ਹੈ, ਦਇਆ ਦਾ ਭੰਡਾਰ ਹੈ। ਸੰਤ ਉਦਰਣ, ਉਹ ਸੰਤਾਂ ਦਾ ਉਧਾਰ ਕਰ ਦਿੰਦਾ, ਉਹਨਾਂ ਦਾ ਪਾਰੋ ਉਤਾਰਾ ਕਰ ਦਿੰਦਾ, ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਕਿਵੇਂ ਕਰਦਾ ਹੈ? ਆਸਰੰ ਗੋਪਾਲ ਕੀਰਤਨ ਹੈ। ਗੋਪਾਲ ਕੀਰਤਨ ਦਾ ਆਸਰਾ ਬਖਸ਼ਿਸ਼ ਕਰਕੇ। ਗੋਪਾਲ ਦਾ ਅਰਥ ਹੈ ਪ੍ਰਿਥਵੀ ਦਾ ਪਾਲਕ, ਪਰਵਤਗਾਰ। ਉਹ ਕੌਣ ਹੈ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਹੈ। ਉਸ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਦੇ ਕੇ ਉਹ ਵਾਹਿਗੁਰੂ ਉਹਨਾਂ ਸੰਤਾਂ ਦਾ ਉਧਾਰ ਕਰਦਾ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਉਸ ਬਾਣੀ ਵਿੱਚ ਕੀਰਤਨ ਦੀ ਬਹੁਤ ਮਹਾਨਤਾ ਲਿਖੀ ਹੋਈ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਸਾਧਨ ਹੈ। ਪ੍ਰਧਾਨ ਤੋਂ ਭਾਵ ਹੈ ਸਰਬੋਤਮ, ਸਭ ਤੋਂ ਸ੍ਰੇਸ਼ਟ। ਕੀਰਤਨ ਹੀ
ਵਾਹਿਗੁਰੂ ਨੂੰ ਮਿਲਣ ਦਾ ਸਾਧਨ ਹੈ। ਉਹ ਕਿਵੇਂ? ਉਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਗੁਰਬਾਣੀ ਕੀਰਤਨ ਪ੍ਰਧਾਨ ਸਾਧਨ ਇਸ ਲਈ ਹੈ, ਜਦੋਂ ਆਪਾਂ ਕੀਰਤਨ ਕਰਦੇ ਹਾਂ ਜਾਂ ਕੀਰਤਨ ਨਾਲ ਜੁੜਦੇ ਹਾਂ, ਕੀਰਤਨ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਸੰਗੀਤ, ਦੂਸਰੀ ਗੁਰਬਾਣੀ। ਜਿਹੜਾ ਸੰਗੀਤ ਹੈ ਉਹ ਸਾਡੀ ਸੁਰਤ ਨੂੰ, ਖਿੰਡੀ ਸੁਰਤ ਨੂੰ ਕੇਂਦਰਿਤ ਕਰ ਦਿੰਦਾ ਹੈ, ਅਤੇ ਜਦੋਂ ਸਾਡੀ ਸੁਰਤ ਇਕਾਗਰ ਹੁੰਦੀ ਹੈ ਫਿਰ ਅਸੀਂ ਗੁਰਬਾਣੀ ਵੱਲ, ਸ਼ਬਦਾਰਥ ਵੱਲ ਧਿਆਨ ਦਿੰਦੇ ਹਾਂ। ਫਿਰ ਉਹਦੇ ਨਾਲ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ। ਸੰਗੀਤ ਮਨ ਨੂੰ ਇਕਾਗਰ ਕਰਦਾ ਹੈ, ਗੁਰੂ ਦੀ ਬਾਣੀ ਮਨ ਨੂੰ ਨਿਰਮਲ ਕਰ ਦਿੰਦੀ ਹੈ। ਜਿਤਨੇ ਵੀ ਰਿਸ਼ੀ ਮੁਨੀ, ਪੀਰ, ਪੈਗੰਬਰ, ਮਹਾਂਪੁਰਖ ਹੋਏ ਹਨ, ਉਹਨਾਂ ਨੇ ਇੱਕੋ ਹੀ ਨਿਚੋੜ ਕੱਢਿਆ। ਜਿਸ ਮਨੁੱਖ ਨੇ, ਜਿਸ ਮਾਈ ਭਾਈ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੋਵੇ, ਉਹਦੇ ਲਈ ਦੋ ਹੀ ਸ਼ਰਤਾਂ ਨੇ। ਇੱਕ ਤਾਂ ਇਹ ਹੈ ਕਿ ਮਨ ਦੀ ਇਕਾਗਰਤਾ ਹੋਣੀ ਜ਼ਰੂਰੀ ਹੈ, ਦੂਸਰੀ ਹੈ ਮਨ ਦੀ ਪਵਿੱਤਰਤਾ। ਜੇ ਹੁਣ ਸਰੋਵਰ ਦਾ ਪਾਣੀ ਜਾਂ ਕਿਸੇ ਝੀਲ ਦਾ ਪਾਣੀ ਸ਼ਾਂਤ ਹੋਵੇ, ਟਿਕਿਆ ਹੋਵੇ ਅਤੇ ਨਾਲ ਸਾਫ਼ ਵੀ ਹੋਵੇ, ਨਿਰਮਲ ਵੀ ਹੋਵੇ, ਉਹਦੇ ਵਿੱਚ ਚਿਹਰੇ ਦਾ ਪ੍ਰਤਿਬਿੰਬ ਬਹੁਤ ਸਾਫ਼ ਦਿਖਾਈ ਦਿੰਦਾ। ਇਸੇ ਤਰ੍ਹਾਂ ਜਦੋਂ ਕਿਸੇ ਮਨੁੱਖ ਦਾ ਮਨ ਸ਼ਾਂਤ ਹੋ ਜਾਵੇ ਅਤੇ ਨਾਲ ਸਾਫ਼ ਪਵਿੱਤਰ ਵੀ ਹੋ ਜਾਵੇ, ਫਿਰ ਉਹਨੂੰ ਬਹੁਤ ਛੇਤੀ ਪ੍ਰਾਪਤੀ ਹੁੰਦੀ ਹੈ। ਹੁਣ ਅਸੀਂ ਹੋਰ ਸਾਧਨ ਕਰਦੇ ਹਾਂ, ਪਰ ਉਹਨਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਲਯੁਗ ਦੇ ਵਿੱਚ ਕੀਰਤਨ ਹੀ ਪ੍ਰਧਾਨ ਸਾਧਨ ਹੈ। ਜਿਹੜੇ ਹੋਰ ਸਾਧਨ ਨੇ ਉਹਨਾਂ ਨਾਲ ਕੁਝ ਸਮੇਂ ਲਈ ਮਨ ਦੀ ਇਕਾਗਰਤਾ ਤੇ ਹੁੰਦੀ ਹੈ, ਜਿਵੇਂ ਯੋਗ ਹੈ, ਵੈਰਾਗ ਹੈ। ਇਹ ਕੁਝ ਸਮਾਂ ਮਨ ਨੂੰ ਇਕਾਗਰ ਕਰ ਦਿੰਦੇ ਨੇ, ਪਰ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਆਉਂਦਾ, ਮਨ ਨਿਰਮਲ ਨਹੀਂ ਦਸਵੇਂ ਦੁਆਰ। ਭਾਵੇਂ ਦਸਵੇਂ ਦੁਆਰ ਦੇ ਵਿੱਚ ਵੀ ਮਨੁੱਖ ਪਹੁੰਚ ਜਾਵੇ, ਪਰ ਉੱਥੇ ਜਾ ਕੇ ਵੀ ਮਨ ਨਿਰਮਲ ਨਹੀਂ ਹੁੰਦਾ। ਜਿੰਨਾ ਚਿਰ ਤੱਕ ਸਵਾਸ ਅਤੇ ਧਿਆਨ ਦਸਵੇਂ ਦੁਆਰ ਦੇ ਵਿੱਚ ਟਿਕੇਗਾ, ਉਨਾ ਚਿਰ ਹੀ ਸ਼ਾਂਤੀ ਪ੍ਰਾਪਤ ਹੋਵੇਗੀ। ਜਦੋਂ ਸਵਾਸ ਸਰੀਰ ਵਿੱਚ ਆ ਜਾਂਦੇ ਨੇ ਅਤੇ ਫਿਰ ਸਾਡੇ ਮਨ ਉੱਤੇ ਵਿਕਾਰਾਂ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ। ਇਸੇ ਲਈ ਤਾਂ ਗੁਰਬਾਣੀ ਵਿੱਚ ਗੋਰਖਨਾਥ ਦਾ ਗੁਰੂ ਮਛਿੰਦਰ ਹੋਇਆ, ਉਹਦਾ ਪ੍ਰਮਾਣ ਆਉਂਦਾ ਹੈ, ਸੁਣ ਮਾ ਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹੀਂ ਡੋਲੇ, ਐਸੀ ਜੋਗ ਜੁਗਤ ਕੋ ਪਾਲੇ, ਆਪ ਤਰੈ ਸਗਲੇ ਕੋਲ ਤਾਰੇ। ਮਛਿੰਦਰ ਨਾਥ ਗੋਰਖਨਾਥ ਦਾ ਵੀ ਗੁਰੂ ਸੀ, ਪਰ ਉਹਦਾ ਵੀ ਮਨ ਭਟਕ ਗਿਆ ਸੀ। ਇੱਕ ਸੰਗਲਾਦੀਪ ਦਾ ਰਾਜਾ ਸੀ, ਰਾਜਾ ਅਮਰੂ। ਉਹ ਚੜ੍ਹਾਈ ਕਰ ਗਿਆ, ਉਹਦੀ ਮੁਰਦਾ ਦੇਹ ਦੇ ਵਿੱਚ ਆਪਣੀ ਰੂਹ ਪ੍ਰਵੇਸ਼ ਕੀਤੀ। ਇੱਕ ਸਿੱਧੀ ਹੁੰਦੀ ਹੈ ਪਰਕਾਇਆ ਪ੍ਰਵੇਸ਼ ਸਿੱਧੀ। ਉਹ ਸਿੱਧੀ ਦੇ ਬਲ ਦੇ ਨਾਲ ਆਪਣੀ ਰੂਹ ਨੂੰ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕੀਤਾ। ਉੱਥੇ ਰਾਗ ਰੰਗ ਮੰਨਣ ਲੱਗਿਆ। ਗੋਰਖਨਾਥ ਨੂੰ ਪਤਾ ਲੱਗਿਆ ਅਤੇ ਉਹ ਉਸ ਨੂੰ ਮਸਾਂ ਲੈ ਕੇ ਆਇਆ। ਫਿਰ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਲਿਆਂਦਾ, ਮਹਾਰਾਜ ਇਹ ਸਾਡੇ 'ਤੇ ਆਖੇ ਨਹੀਂ ਲੱਗਦਾ, ਕਿਉਂ? ਇਹ ਸਾਡਾ ਗੁਰੂ ਹੈ। ਇਹ ਕਹਿੰਦਾ ਤੁਸੀਂ ਮੇਰੇ ਚੇਲੇ ਹੋ, ਤੁਸੀਂ ਮੈਨੂੰ ਕੁਝ ਨਹੀਂ ਆਖ ਸਕਦੇ, ਤੁਸੀਂ ਕਿਰਪਾ ਕਰੋ ਇਹਨੂੰ ਉਪਦੇਸ਼ ਦਿਓ। ਜਦੋਂ ਗੁਰੂ ਨਾਨਕ ਸਾਹਿਬ ਜੀ ਤੋਂ ਉਪਦੇਸ਼ ਪ੍ਰਾਪਤ ਕੀਤਾ, ਫਿਰ ਇਹਦਾ ਮਨ ਸ਼ਾਂਤ ਅਤੇ ਪਵਿੱਤਰ ਹੋਇਆ ਸੀ। ਕਹਿਣ ਤੋਂ ਭਾਵ ਕੀਰਤਨ ਹੀ ਪ੍ਰਧਾਨ ਸਾਧਨ ਹੈ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਕੀਰਤਨ ਨਾਲ ਬਹੁਤ ਛੇਤੀ ਮਨ ਜੁੜਦਾ ਹੈ, ਪਰ ਜੇ ਕੋਈ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਸੁਣੇ। ਇਸੇ ਲਈ ਹਾਜੂਰ ਕਹਿੰਦੇ, ਉਹ ਵਾਹਿਗੁਰੂ ਗੋਪਾਲ ਕੀਰਤਨ ਦਾ ਆਸਰਾ ਬਖਸ਼ਿਸ਼ ਕਰਕੇ
ਉਹਨਾਂ ਸੰਤਾਂ ਦਾ ਉਧਾਰ ਕਰਦਾ ਹੈ। ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਹੈ। ਨਿਰਮਲੰ ਸੰਤ ਸੰਗੇਨ, ਬਈ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵੀ ਬਹੁਤ ਪਵਿੱਤਰ ਹੁੰਦੀ ਹੈ। ਜਿਹੜਾ ਉਹਨਾਂ ਦੀ ਸੰਗਤ ਵਿੱਚ ਚਲਿਆ ਜਾਵੇ, ਮਹਾਂਪੁਰਖਾਂ ਦੀ ਸੰਗਤ ਜੰਗਮ ਤੀਰਥ ਹੁੰਦਾ। ਇੱਕ ਜੜ ਤੀਰਥ ਨੇ ਜਿਹੜੇ ਇੱਕ ਥਾਂ 'ਤੇ ਹੀ ਟਿਕੇ ਹੋਏ ਨੇ। ਮਹਾਂਪੁਰਖ ਜੰਗਮ ਤੀਰਥ ਹੁੰਦੇ ਨੇ, ਚਲਦੇ ਫਿਰਦੇ ਚੇਤਨ ਤੀਰਥ ਹੁੰਦੇ ਨੇ, ਉਹ ਕਿਸੇ ਵੀ ਥਾਂ ਚਲੇ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਇੱਕ ਜੰਗਮ ਤੀਰਥ ਹੈ, ਅਤੇ ਜੋ ਮਨ ਦੀਆਂ ਮੈਲਾਂ ਨੂੰ ਦੂਰ ਕਰਦਾ ਹੈ। ਓਟ ਨਾਨਕ ਪਰਮੇਸ਼ਰ ਹੈ, ਬਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਆਓ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਓਟ ਲਵੋ, ਫਿਰ ਤੁਹਾਡਾ ਵੀ ਉਧਾਰ ਹੋ ਸਕਦਾ ਹੈ। ਚੰਦਨ ਚਾਂਦਨਾ ਫਰਦ ਰੁੱਤ ਮੂਲ ਨਾ ਮਿਟਈ ਕਾਮ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਪੰਡਤ ਨੇ ਬੇਨਤੀ ਕੀਤੀ, ਮਹਾਰਾਜ ਜਿਹੜੀ ਮਨ ਦੀ ਤਪਸ਼ ਹੈ ਉਹ ਕਿਵੇਂ ਬੁਝ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਉਹ ਮਨ ਦੀ ਤਪਸ਼ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਬੁਝ ਸਕਦੀ ਹੈ। ਆਤਸ਼ ਦੁਨੀਆ ਖੂਨ ਕੋ ਨਾਮ ਖੁਦਾਇਆ, ਦੁਨੀਆ ਤੇ ਅੱਗ ਵਿੱਚ ਸੜ ਬਲ ਰਹੀ ਹੈ, ਆਪਾਂ ਦੇਖ ਹੀ ਰਹੇ ਹਾਂ ਨਾ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਉਹ ਕਿਹੜੀ ਅੱਗ ਹੈ? ਗੁੱਝੀ ਪਾਹੇ ਜਲੈ ਸੰਸਾਰਾ। ਉਹ ਗੁੱਝੀ ਅੱਗ ਹੈ, ਸਾਡੇ ਅੰਦਰ ਬਲ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਨੇ 4 ਅੱਗ ਦੀਆਂ ਨਦੀਆਂ ਦਾ ਵਰਣਨ ਕੀਤਾ। ਹੰਸ, ਹੇਤ, ਲੋਭ, ਕੋਪ, 4 ਨਦੀਆਂ ਅੱਗ। ਇਹਦੇ ਵਿੱਚ ਅਸੀਂ ਸਾਰੇ ਸੜ ਰਹੇ ਹਾਂ। ਹੰਸ ਤੋਂ ਭਾਵ ਹੰਕਾਰ ਵੀ ਲਿਆ ਹੈ। ਕੁਛ ਵਿਦਵਾਨਾਂ ਨੇ ਹੰਸ ਦਾ ਅਰਥ ਹਿੰਸਾ ਵੀ ਕੀਤਾ। ਸੁਰੋ ਵਿਚਾਰ, ਹੇਤ ਮੋਹ, ਲੋਭ ਤੇ ਕ੍ਰੋਧ, ਇਹ 4 ਅੱਗ ਦੀਆਂ ਨਦੀਆਂ ਨੇ। ਇਹ ਸਾਡੇ ਮਨ ਨੂੰ ਅੰਦਰ ਨੂੰ ਸਾੜਦੀਆਂ। ਹਜ਼ੂਰ ਕਹਿੰਦੇ ਨੇ ਜਿਹੜੀ ਅੰਦਰਲੀ ਤਪਸ਼ ਉਹ ਨਾਮ ਨੇ ਬੁਝਾਉਣੀ ਹੈ। ਹੋਰ ਜਿੰਨੇ ਵੀ ਠੰਡ ਦੇਣ ਵਾਲੇ ਪਦਾਰਥ ਨੇ ਉਹ ਸਾਡੀ ਅੰਦਰਲੀ ਅੱਗ ਨੂੰ ਕਦੀ ਨਹੀਂ ਬੁਝਾ ਸਕਦੇ। ਲੋ ਉਹਨਾਂ ਦਾ ਜ਼ਿਕਰ ਕਰਦੇ ਨੇ, ਚੰਦਨ ਚਾਂਦਨਾ ਸਰਦ ਰੁੱਤ। ਚੰਦਨ ਦੀ ਤਾਸੀਰ ਬੜੀ ਠੰਡੀ ਮੰਨੀ ਹੈ। ਜ਼ਹਿਰ ਦੇ ਨਾਲ ਸੜਦੇ ਬਲਦੇ ਸਭ ਬਾਵਨ ਚੰਦਨ ਨੂੰ ਆ ਕੇ ਲਿਪਟ ਜਾਂਦੇ ਨੇ, ਉਹਨਾਂ ਨੂੰ ਸ਼ਾਂਤੀ ਦਿੰਦਾ। ਅਤੇ ਵੈਸੇ ਵੀ ਪੁਰਾਣੇ ਜ਼ਮਾਨੇ ਦਾ ਇੱਕ ਰਿਵਾਜ ਸੀ ਚੰਦਨ ਦਾ ਤਿਲਕ ਲਾਉਣਾ। ਉਹਦਾ ਮਤਲਬ ਵੀ ਇਹ ਸੀ ਵੀ ਉਹ ਸਾਡੇ ਸਿਰ ਨੂੰ, ਦਿਮਾਗ ਨੂੰ ਠੰਡਾ ਰੱਖਦਾ ਸੀ। ਮਹਾਂਪੁਰਖ ਇਹ ਵੀ ਦੱਸਦੇ ਸਨ, ਜੇ ਇੱਕ ਕੜਾਹਾ ਪੂਰਾ ਪਾਣੀ ਦਾ ਉਬਲ ਰਿਹਾ ਹੋਵੇ, ਉਹਦੇ ਵਿੱਚ 1 ਤੋਲਾ ਚੰਦਨ ਪਾ ਦਿਓ, ਥੋੜ੍ਹੇ ਜਿਹੇ ਮਿੰਟਾਂ ਵਿੱਚ ਉਹ ਠੰਡਾ ਠਾਰ ਹੋ ਜਾਂਦਾ। ਇਹ ਉਸ ਬਾਵਨ ਚੰਦਨ ਦੀ ਤਾਸੀਰ ਹੈ। ਹਜ਼ੂਰ ਕਹਿੰਦੇ ਚੰਦਨ ਚਾਂਦਨਾ ਸਰਦ ਰੁੱਤ। ਨਾ ਤੇ ਚੰਦਨ ਸਾਡੇ ਮਨ ਦੀ ਤਪਸ਼ ਨੂੰ ਬੁਝਾ ਸਕਦਾ ਹੈ ਅਤੇ ਨਾ ਹੀ ਚੰਦਰਮਾ। ਚੰਦਰਮਾ ਦੇਵਤਾ ਵੀ ਮੰਨਿਆ ਅਤੇ ਚੰਦਰਮਾ ਨੂੰ ਸ਼ਾਂਤੀਪ੍ਰਦ ਮੰਨਿਆ, ਕਿਉਂਕਿ ਜਦੋਂ ਰਾਤ ਦੇ ਸਮੇਂ ਚੰਦਰਮਾ ਚੜ੍ਹਦਾ ਹੈ, ਮਿੰਨੀ ਮਿੰਨੀ ਫੁਹਾਰ, ਮਿੱਠੀ ਮਿੱਠੀ ਚਾਂਦਨੀ ਬਖੇਰਦਾ, ਉਹਦੇ ਨਾਲ ਸਭ ਨੂੰ ਸ਼ਾਂਤੀ ਚੈਨ ਮਿਲਦਾ। ਨਾ ਚੰਦਨ ਅਤੇ ਨਾ ਹੀ ਚੰਦਰਮਾ। ਅਤੇ ਤੀਜੇ ਨੰਬਰ 'ਤੇ ਨਾ ਹੀ ਸਰਦ ਰੁੱਤ, ਜਿਹੜੀ ਠੰਡ ਦੀ ਰੁੱਤ ਹੈ। ਹੁਣ ਜਦੋਂ ਸਿਆਲ ਆਉਂਦਾ ਹੈ, ਉਹ ਮਾਘ ਦਾ ਮਹੀਨਾ ਹੁੰਦਾ ਹੈ। ਕਈ ਵਾਰੀ ਇੰਨੀ ਠੰਡ ਵੱਧ ਜਾਂਦੀ ਹੈ, ਹੱਥ ਪੈਰ ਸੁੰਨ ਹੋਣ ਲੱਗ ਜਾਂਦੇ ਨੇ, ਸਰੀਰ ਕੰਬਣ ਲੱਗ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਜਿਹੜੀ ਅੰਦਰਲੀ ਤਪਸ਼ ਹੈ, ਨਾ ਚੰਦਰਮਾ, ਨਾ ਚੰਦਨ, ਨਾ ਹੀ ਠੰਡ ਦੀ ਰੁੱਤ ਉਸ ਨੂੰ ਮਿਟਾ ਸਕਦੀ ਹੈ। ਮੂਲ ਨਾ ਮਿਟੀ ਕਾਮ, ਜਿਹੜੀ ਮਨ ਦੀ ਤਪਸ਼ ਹੈ, ਮਨ ਦੀ ਅੱਗ ਹੈ, ਉਹ ਬਿਲਕੁਲ ਮਿਟ ਨਹੀਂ ਸਕਦੀ, ਬੁਝ ਨਹੀਂ ਸਕਦੀ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹਾਂ, ਇੱਕੋ ਹੀ ਤਰੀਕਾ ਹੈ। ਸੀਤਲ ਥੀਵੈ ਨਾਨਕਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ 5ਵੇਂ ਸਰੂਪ ਦੇ ਵਿੱਚ, ਕਿਉਂਕਿ ਮੋਹਰ ਨਾਨਕ ਨਾਮ ਦੀ ਹੈ ਸਾਰੀ ਬਾਣੀ ਵਿੱਚ। ਗੁਰੂ ਜੋਤ ਗੁਰੂ ਨਾਨਕ ਸਾਹਿਬ ਦੀ ਸਾਰਿਆਂ ਵਿੱਚ ਵਰਤ ਰਹੀ ਹੈ। ਜੋਤ ਉਹ ਜੁਗਤ ਸਾਹਿ ਸਹਿ ਕਾਇਆ ਫੇਰ ਪਲਟੀਏ।
ਇਉਂ ਕਹਿ ਦਿਓ, ਗੁਰੂ ਨਾਨਕ ਸਾਹਿਬ ਹੀ ਬੋਲ ਰਹੇ ਨੇ ਪੰਜਵੇਂ ਸਰੂਪ ਦੇ ਵਿੱਚ। ਹਜ਼ੂਰ ਫਰਮਾਉਂਦੇ ਨੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਵੀ ਉਹਦਾ ਹਿਰਦਾ, ਉਹਦਾ ਸੀਨਾ, ਉਹਦਾ ਮਨ ਠੰਡਾ ਠਾਰ ਹੋ ਜਾਂਦਾ ਹੈ। ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਪੌੜੀ ਛੰਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਠੇਠ ਪੰਜਾਬੀ ਵਿੱਚ ਪਿਛਲੇ ਸ਼ਲੋਕਾਂ ਦਾ ਅਨੁਵਾਦ ਕਰਦੇ ਹਨ। ਚਰਨ ਕਮਲ ਕੀ ਓਟ, ਵੀ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਓਟ ਆਸਰਾ ਲੈ ਕੇ ਉਦਰੇ ਸਗਲ ਜਨ, ਜਿੰਨੇ ਜਨ ਸੰਤ ਭਗਤ ਗੁਰਮੁਖ ਸਿੱਖ ਮਹਾਂਪੁਰਖ ਨੇ, ਉਹ ਸਾਰੇ ਭਵ ਸਾਗਰ ਤੋਂ ਉਧਰ ਜਾਂਦੇ ਹਨ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ ਸੁਣ ਕੇ, ਉਹਦਾ ਪ੍ਰਤਾਪ ਕਿਹੋ ਜਿਹਾ ਹੈ। ਜਦੋਂ ਭਗਤਾਂ ਤੇ ਮੁਸੀਬਤ ਬਣਦੀ ਹੈ, ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਨੇ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਉਹਨਾਂ ਦੀ ਰੱਖਿਆ ਕਰਦਾ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪੈਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵੀਆ, ਅੰਤ ਲੈ ਛਡਾਇਆ। ਇਉਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਕਰਦਾ। ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ ਸੁਣ ਕੇ, ਉਹਦਾ ਪ੍ਰਭਾਵ, ਉਹਦਾ ਦਬਦਬਾ, ਉਹਦਾ ਰੋਹਬ ਦਾਬ ਸੁਣ ਕੇ ਅਸੀਂ ਵੀ ਮਨ ਦੇ ਵਿੱਚ ਨਿਡਰ ਹੋ ਗਏ ਹਾਂ। ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ। ਗੁਰਮੁਖਾਂ ਨੇ ਉਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਸੰਗ੍ਰਹਿ ਕੀਤਾ। ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕਾ ਸ਼ਬਦ ਭਰੇ ਭੰਡਾਰਾ। ਵਾਹਿਗੁਰੂ ਦਾ ਨਾਮ ਇਹ ਐਸਾ ਧਨ ਹੈ ਜਿਹੜਾ ਬਹੁਤ ਨਿਰਮਲ ਹੈ, ਬਹੁਤ ਪਵਿੱਤਰ ਹੈ। ਸਾਡੇ ਮਨ ਦੇ ਵਿੱਚ ਨਾ ਤੇ ਵਿਕਾਰ ਰਹਿਣ ਦਿੰਦਾ ਤੇ ਨਾ ਹੀ ਹੰਕਾਰ ਪੈਦਾ ਹੋਣ ਦਿੰਦਾ। ਐਸਾ ਵਾਹਿਗੁਰੂ ਦਾ ਨਾਮ ਧਨ ਉਹਨਾਂ ਗੁਰਮੁਖਾਂ ਨੇ ਇਕੱਤਰ ਕੀਤਾ ਹੈ। ਤੋਟ ਨਾ ਆਵੈ ਮੂਲ, ਇਹਦੇ ਵਿੱਚ ਕਦੇ ਤੋਟ ਤਾਂ ਆਉਂਦੀ ਹੀ ਨਹੀਂ ਹੈ। ਨਾਮ ਦਾ ਖਜ਼ਾਨਾ ਐਸਾ ਖਜ਼ਾਨਾ ਜਿਹੜਾ ਕਦੀ ਮੁੱਕਣ ਵਾਲਾ ਨਹੀਂ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਾਹੀ ਰੇ ਮੁਕੇ। ਹਰ ਇਹੋ ਤਨ ਅਖੁੱਟ, ਨਾਨ ਖੁੱਟੈ ਨਾ ਜਾਏ। ਪੂਰਾ ਸਤਿਗੁਰ ਦੀਆ ਦਿਖਾਏ। ਇਹ ਪੂਰੇ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਨਾਮ ਦਾ ਅਖੁੱਟ ਖਜ਼ਾਨਾ ਬਖਸ਼ਿਸ਼ ਕੀਤਾ ਜਿਹੜਾ ਕਦੀ ਮੁੱਕਦਾ ਨਹੀਂ ਹੈ। ਸੰਤ ਜਨਾਂ ਸਿਉ ਸੰਗ ਪਾਈਐ ਵੱਡੈ ਪੁੰਨ। ਐਸੇ ਮਹਾਂਪੁਰਖਾਂ ਦੀ ਸੰਗਤ ਕਿਵੇਂ ਮਿਲਦੀ ਹੈ? ਪਾਈਐ ਵੱਡਾ ਪੁੰਨ, ਵੱਡੇ ਪੁੰਨਾਂ ਦਾ ਸਦਕਾ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵੱਡੇ ਪੁੰਨਾਂ ਦੇ ਨਾਲ ਐਸੇ ਪੂਰਨ ਮਹਾਂਪੁਰਖਾਂ ਦੀ ਸੰਗਤ ਸਾਨੂੰ ਪ੍ਰਾਪਤ ਹੁੰਦੀ ਹੈ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ 8 ਪਹਿਰ ਹਰ ਧਿਆਏ। 8 ਪਹਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਚਾਹੀਦਾ। ਹੁਣ ਸਤਿਗੁਰੂ ਦਾ ਪਹਿਲਾ ਹੁਕਮ ਤੇ ਇਹੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲ ਕੇ ਉਠ ਹਰ ਨਾਮ ਤੇ ਆਵੇ। ਅੰਮ੍ਰਿਤ ਵੇਲੇ ਤੋਂ ਨਾਮ ਦੀ ਸ਼ੁਰੂਆਤ ਕਰਨੀ, ਫਿਰ ਸਾਰਾ ਦਿਨ ਜਿੰਨਾ ਵੀ ਜਪਿਆ ਜਾਵੇ ਜਪੀ ਜਾਣਾ, ਫਿਰ ਲਗਾਤਾਰ ਅਭਿਆਸ ਕਰੀ ਜਾਣਾ ਹੈ। ਫਿਰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸਵਾਸ ਗ੍ਰਾਸ ਸਾਸ ਸਾਸ ਸਿਮਰੋ ਗੋਬਿੰਦ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੇ। ਫਿਰ 8 ਪਹਿਰ ਹੀ ਸਿਮਰਨ ਸ਼ੁਰੂ ਹੁੰਦੇ। ਜਦੋਂ ਸਵਾਸਾਂ ਵਿੱਚ ਸਿਮਰਨ ਚਲਿਆ ਜਾਂਦਾ, ਸਵਾਸ ਦਿਨ ਰਾਤ ਇੱਕ ਰਸ ਚੱਲਦੇ ਰਹਿੰਦੇ ਨੇ, ਕਦੇ ਨਹੀਂ ਖਲੋਂਦੇ। ਸੁੱਤਿਆਂ ਜਾਗਦਿਆਂ ਉੱਠਦਿਆਂ ਬਹਿੰਦਿਆਂ
ਹਰ ਵੇਲੇ ਸਵਾਸ ਚੱਲਦੇ ਨੇ। ਜਦੋਂ ਸਵਾਸਾਂ ਵਿੱਚ ਸਿਮਰਨ ਚਲਿਆ ਜਾਵੇ, ਹਾਜ਼ੂਰ ਕਹਿੰਦੇ ਨੇ 8 ਪਹਿਰ ਹਰ ਤੇ ਆਏ, ਫਿਰ 8 ਪਹਿਰ ਸਿਮਰਨ ਹੁੰਦਾ। ਉਹ ਮਹਾਂਪੁਰਖ 8 ਪਹਿਰ ਹੀ ਸਵਾਸ ਗ੍ਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਤੇ ਭਾਈ ਤੁਸੀਂ ਵੀ ਕਰੋ, ਹਰ ਜਸ ਨਿਤ ਸੁਣ, ਤੇ ਨਾਲ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਹਮੇਸ਼ਾ ਲਈ ਵਾਹਿਗੁਰੂ ਦਾ ਜਸ ਵੀ ਸੁਣਿਆ ਕਰੋ। ਨਾਮ ਤੇ ਕੀਰਤਨ ਇਹ 2 ਪ੍ਰਧਾਨ ਸਾਧਨ ਨੇ। ਨਾਮ ਜਾਤੀ ਸਾਧਨ ਹੈ ਤੇ ਕੀਰਤਨ ਜਮਾਤੀ ਸਾਧਨ ਹੈ। ਜਦੋਂ ਗੁਰਸਿੱਖ ਇਕੱਲਾ ਹੋਵੇ ਤਾਂ ਉਸ ਵੇਲੇ ਆਪਣੀ ਸੁਰਤ ਨੂੰ ਨਾਮ ਨਾਲ ਜੋੜੇ, ਧਿਆਨ ਨੂੰ ਜੋੜ ਕੇ ਵਾਹਿਗੁਰੂ ਦਾ ਸਿਮਰਨ ਕਰੇ। ਤੇ ਜਦੋਂ ਸੰਗਤੀ ਰੂਪ ਵਿੱਚ ਵਾਹਿਗੁਰੂ ਨਾਲ ਜੁੜਨਾ ਹੋਵੇ, ਫਿਰ ਕੀਰਤਨ ਦੁਆਰਾ ਜੁੜਿਆ ਜਾਂਦਾ। ਇਸੇ ਲਈ ਹਾਜ਼ੂਰ ਕਹਿੰਦੇ ਨੇ 8 ਪਹਿਰ ਵਾਹਿਗੁਰੂ ਦਾ ਸਿਮਰਨ ਕਰੋ, ਫਿਰ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਕੀਰਤਨ ਵੀ ਸੁਣਿਆ ਕਰੋ। ਸ਼ਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫੇਰ ਦੱਸਦੇ ਨੇ ਗੁਰਮੁਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ। ਦਇਆ ਕਰਨੰ, ਉਹ ਦੁਖੀਆਂ ਤੇ ਦਇਆ ਕਰਦੇ ਨੇ। ਦਇਆ ਧਰਮ ਦਾ ਵੱਡਾ ਗੁਣ ਹੈ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਨਸੂਤ। ਦਇਆ ਧਰਮ ਦੀ ਮਾਂ ਹੈ ਤੇ ਸੰਤੋਖ ਧਰਮ ਦਾ ਪਿਤਾ ਹੈ। ਦਇਆ ਤੋਂ ਬਿਨਾ ਸੇਵਾ ਨਹੀਂ ਹੁੰਦੀ, ਸੰਤੋਖ ਤੋਂ ਬਿਨਾ ਸਿਮਰਨ ਨਹੀਂ ਕੀਤਾ ਜਾ ਸਕਦਾ। ਇਸੇ ਲਈ ਹਾਜ਼ੂਰ ਕਹਿੰਦੇ ਉਹ ਮਹਾਂਪੁਰਖ ਦਇਆ ਕਰਦੇ ਨੇ, ਦੁਖੀਆਂ ਤੇ ਦਇਆ ਕਰਦੇ ਨੇ, ਤੇ ਦੁੱਖ ਹਰਨੰ, ਉਹਨਾਂ ਦੇ ਦੁੱਖ ਨਾਸ਼ ਕਰਦੇ ਨੇ। ਉਚਰਣੰ ਨਾਮ ਕੀਰਤਨ, ਤੇ ਫਿਰ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਨਾਲ ਦੀ ਨਾਲ ਵਾਹਿਗੁਰੂ ਦਾ ਜਸ ਕੀਰਤਨ ਵੀ ਕਰਦੇ ਨੇ। ਦਇਆ ਕਰਨੀ, ਦੁੱਖ ਨਾਸ਼ ਕਰਨਾ, ਇਹ ਇੱਕ ਇਨਸਾਨੀਅਤ ਦਾ ਵੱਡਾ ਇਖਲਾਕੀ ਗੁਣ ਮੰਨਿਆ। ਤੇ ਵਾਹਿਗੁਰੂ ਦਾ ਨਾਮ ਜਪਣਾ ਤੇ ਸਿਫਤ ਸਲਾਹ ਕਰਨੀ, ਇਹ ਅਧਿਆਤਮਕਵਾਦ ਦਾ ਵੱਡਾ ਗੁਣ ਮੰਨਿਆ। ਇਸੇ ਲਈ ਉਹ ਗੁਰਮੁਖ ਪਿਆਰੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਦਇਆ ਕਰਦੇ ਨੇ, ਦੁਖੀਆਂ ਦੇ ਦੁੱਖ ਹਰਦੇ ਨੇ। ਜਿਵੇਂ ਹੁਣ ਗੁਰੂ ਦੀ ਬਖਸ਼ਿਸ਼ ਦੁਆਰਾ ਪਹਿਲਾਂ ਗੁਰੂ ਦੇ ਪਿਆਰਿਆਂ ਨੇ, ਮਹਾਂਪੁਰਖਾਂ ਨੇ ਭੋਜਨ ਦੇ ਲੰਗਰ ਲਾਏ ਸਨ, ਫਿਰ ਵਸਤਰਾਂ ਦੇ ਲੰਗਰ ਲਾਏ। ਤੇ ਹੁਣ ਕਰੋਨਾ ਦਾ ਸੰਕਟ ਜ਼ਿਆਦਾ ਵਧਿਆ ਹੋਇਆ ਸੀ, ਉਹਦੇ ਵਿੱਚ ਆਕਸੀਜਨ ਦੇ ਲੰਗਰ ਲਾ ਦਿੱਤੇ, ਦਵਾਈਆਂ ਦੇ ਲੰਗਰ ਲਾ ਦਿੱਤੇ। ਇਹ ਗੁਰੂ ਦਾ ਹੁਕਮ ਹੀ ਹੈ। ਦਇਆ ਕਰਨੰ ਦੁੱਖ ਹਰਨ, ਦੁਖੀਆਂ ਦੇ ਦੁੱਖ ਨਾਸ਼ ਕਰਨੇ ਤੇ ਦੁਖੀਆਂ ਤੇ ਦਇਆ ਕਰਨੀ। ਇਹ ਗੁਰੂ ਨੇ ਸਾਨੂੰ ਇਹ ਗੁਣ ਬਖਸ਼ਿਸ਼ ਕੀਤੇ ਨੇ। ਹਾਜ਼ੂਰ ਕਹਿੰਦੇ ਨੇ ਉਚਰਣੰ ਨਾਮ ਕੀਰਤਨ ਹੈ, ਤੇ ਫਿਰ ਨਾਲ ਦੀ ਨਾਲ ਉਹ ਵਾਹਿਗੁਰੂ ਦਾ ਨਾਮ ਜਪਦੇ ਨੇ, ਵਾਹਿਗੁਰੂ ਦਾ ਜਸ ਕੀਰਤਨ ਵੀ ਉਚਾਰਦੇ ਹਨ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਦਇਆਲ ਪੁਰਖ ਭਗਵਾਨ ਹੈ, ਫਿਰ ਉਹ ਭਗਵਾਨ ਖਟ ਭਗਾਂ ਸਪੰਨ ਪੁਰਖ ਜੋ ਸਰਵ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਦਇਆਲ, ਉਹਨਾਂ 'ਤੇ ਮਿਹਰਬਾਨ ਹੋ ਜਾਂਦਾ। ਹੁਣ ਜਿਹੜੇ ਦਇਆ ਕਰਦੇ ਨੇ, ਦੁਖੀਆਂ ਦੇ ਦੁੱਖ ਹਰਦੇ ਨੇ, ਨਾਮ ਜਪਦੇ ਨੇ, ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ 'ਤੇ ਰੱਬ ਖੁਸ਼ ਹੁੰਦਾ। ਫਿਰ ਕੀ ਹੁੰਦਾ? ਨਾਨਕ ਲਿਪਤ ਨਾ ਮਾਇਆ, ਫਿਰ ਉਹਨਾਂ ਨੂੰ ਮਾਇਆ ਨਹੀਂ ਪ੍ਰਭਾਵਿਤ ਕਰ ਸਕਦੀ, ਮਾਇਆ ਨਹੀਂ ਉਹਨਾਂ ਨੂੰ ਟੱਚ ਕਰ ਸਕਦੀ। ਉਹ ਮਾਇਆ ਦੇ ਮੋਹ ਤੋਂ ਹਮੇਸ਼ਾ ਲਈ ਨਿਰਲੇਪ ਹੁੰਦੇ ਹਨ। ਭਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਬੁੱਝੀ ਆਗ ਜੋ ਸਾਡੇ ਸਭ ਦੇ ਅੰਦਰ ਬਲ ਰਹੀ ਹੈ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਸਹਿਸ ਕਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਜਿਹੜੀ ਅੰਦਰਲੀ ਅੱਗ ਤ੍ਰਿਸ਼ਨਾ ਦੀ ਸੀ, ਵਿਸ਼ੇ ਵਾਸ਼ਨਾ ਦੀ ਸੀ, ਉਹ ਬਲਦੀ ਅੱਗ ਹੁਣ ਬੁਝ ਗਈ ਹੈ। ਰਖੰਦੜੋ ਪ੍ਰਭ ਆਪ, ਕਿਉਂਕਿ ਵਾਹਿਗੁਰੂ ਆਪ ਉਹਨਾਂ ਦਾ ਰਖਵਾਲਾ ਜੋ ਹੋ ਗਿਆ। ਜਦੋਂ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਨੇ, ਕੀਰਤਨ ਭਗਤੀ ਕਰਦੇ ਨੇ, ਵਾਹਿਗੁਰੂ ਉਹਨਾਂ ਦਾ ਆਪ ਰਾਖਾ ਬਣ ਜਾਂਦਾ। ਵਿੱਚ ਕਰਤਾ ਪੁਰਖ ਲੋਹਾ ਵਾਲਣਾ ਵਿੰਗਾ ਹੋਆ। ਫਿਰ ਉਹਨਾਂ ਦੇ ਅੰਦਰ ਜਿਹੜੀ ਵਿਸ਼ੇ ਵਾਸ਼ਨਾ ਦੀ, ਵਿਕਾਰਾਂ ਦੀ, ਤ੍ਰਿਸ਼ਨਾ ਦੀ ਅੱਗ ਬੜ ਰਹੀ ਸੀ, ਉਹ ਬੁਝ ਜਾਂਦੀ ਹੈ। ਜਿਨ ਉਪਾਈ ਮੇਦਨੀ
ਨਾਨਕ ਸੋ ਪ੍ਰਭ ਜਾਪ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੇਦਨੀ ਤੋਂ ਭਾਵ ਹੈ ਇਹ ਧਰਤੀ, ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਨਾਨਕ ਸੋ ਪ੍ਰਭ ਜਾਪ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਥਵਾ ਪੰਜਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਆਖਦੇ ਨੇ, ਜੋਤ ਉਹਨਾਂ ਦੀ ਹੈ ਵੀ ਉਹ ਗੁਰਮੁਖ ਪਿਆਰੇ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ। ਪੌੜੀ ਜਾ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਹੁਣ ਪੌੜੀ ਸੰਦ ਵਿੱਚ ਗੁਰੂ ਮਹਾਰਾਜ ਫਰਮਾਉਂਦੇ ਨੇ, ਭਾਈ ਜਦੋਂ ਵਾਹਿਗੁਰੂ ਪਰਮੇਸ਼ਰ ਜੀ ਪ੍ਰਸੰਨ ਹੁੰਦੇ ਨੇ ਤੇ ਫਿਰ ਮਾਇਆ ਨਹੀਂ ਵਿਆਪ ਸਕਦੀ। ਮਾਇਆ ਉਦੋਂ ਸਾਨੂੰ ਚਿੰਬੜਦੀ ਹੈ ਜਦੋਂ ਵਾਹਿਗੁਰੂ ਭੁੱਲ ਜਾਵੇ। ਸਾਹਣ ਸਤ ਕਰੈ ਜੀ ਆਪਣਾ, ਸੋ ਰਮਈਏ ਕੋ ਮਿਲੈ ਨਾ ਸੁਪਨੇ। ਜਿਹੜਾ ਮਨੁੱਖ ਸ਼ਾਹਨ ਤੋਂ ਭਾਵ ਹੈ ਸ਼ਾਹਣੀ, ਇੱਕ ਸ਼ਾਹ ਹੁੰਦਾ ਹੈ ਨਾ, ਸ਼ਾਹਣੀ ਤੋਂ ਭਾਵ ਹੈ ਮਾਇਆ, ਵਾਹਿਗੁਰੂ ਇਸ ਦਾ ਮਾਲਕ ਹੈ। ਸਾਹਣ ਸਤ ਕਰੈ ਜੀ ਆਪਣਾ, ਜਿਹੜਾ ਮਨੁੱਖ ਇਸ ਮਾਇਆ ਨੂੰ ਆਪਣਾ ਇਸ਼ਟ ਮੰਨ ਲੈਂਦਾ ਹੈ, ਨਿਸ਼ਚੈ ਕਰ ਲੈਂਦਾ ਹੈ, ਉਹ ਕਦੀ ਰੱਬ ਨੂੰ ਨਹੀਂ ਮਿਲ ਸਕਦਾ। ਮਾਇਆ ਨਾਲ ਵਿਹੜਿਆ ਮਨੁੱਖ ਕਦੀ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ। ਇਸੇ ਲਈ ਜਦੋਂ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਫਿਰ ਉਹਨੂੰ ਮਾਇਆ ਨਹੀਂ ਪੋਹ ਸਕਦੀ। ਕੋਟ ਅੱਗਾ ਗਏ ਨਾਸ, ਹਰ ਇੱਕ ਧਿਆਇਆ। ਕਿਉਂ ਨਹੀਂ ਮਾਇਆ ਉਹਨਾਂ ਨੂੰ ਪੋਹ ਸਕਦੀ? ਮਾਇਆ ਸਪਣੀ ਹੈ ਨਾ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਮਾਇਆ ਨਾਗਨੀ ਉਹਨਾਂ ਗੁਰਮੁਖਾਂ ਨੂੰ ਕਿਉਂ ਨਹੀਂ ਡੰਗ ਮਾਰ ਸਕਦੀ? ਹਰ ਇੱਕ ਤੇ ਆਇਆ। ਉਹਨਾਂ ਦੇ ਕੋਲੇ ਗਾਰੜੂ ਮੰਤਰ ਹੈ। ਜਿਨ੍ਹਾਂ ਕੋਲੇ ਗਾਰੜੂ ਮੰਤਰ ਹੋਵੇ ਉਹਨੂੰ ਸੱਪ ਜਾਂ ਸਪਣੀ ਡੰਗ ਨਹੀਂ ਮਾਰ ਸਕਦੀ, ਉਹਨੂੰ ਜ਼ਹਿਰ ਨਹੀਂ ਚੜ੍ਹ ਸਕਦੀ। ਹਰ ਇੱਕ ਤੇ ਆਇਆ ਉਹਨਾਂ ਨੇ ਉਸ ਇੱਕ ਅਦਵੈਤ ਸਰੂਪ, ਇੱਕ ਓਂਕਾਰ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਤੇ ਆਇਆ। ਇਸੇ ਲਈ ਮਾਇਆ ਰੂਪੀ ਸਪਣੀ ਉਹਨਾਂ ਨੂੰ ਡੰਗ ਨਹੀਂ ਮਾਰ ਸਕਦੀ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਕੋਟ ਅੱਗਾ ਗਏ ਨਾਸ, ਉਹਦੇ ਕਰੋੜਾਂ ਪਾਪ ਵੀ ਨਾਸ ਹੋ ਗਏ। ਨਿਰਮਲ ਭਏ ਸਰੀਰ, ਜਨ ਧੂਰੀ ਨਹਾਇਆ। ਲੋ ਐਸੇ ਮਹਾਂਪੁਰਖਾਂ ਦੀ ਚਾਰਨ ਧੂੜੀ ਵੀ ਇੱਕ ਤੀਰਥ ਹੈ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਜਿਹੜਾ ਉਹਨਾਂ ਦੀ ਧੂੜੀ ਵਿੱਚ ਨਹਾਉਂਦਾ ਹੈ, ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਇਹ ਹੈ ਧੂੜੀ ਦਾ ਇਸ਼ਨਾਨ। ਸੰਗਤ ਦੇ ਤੱਪੜ ਝਾੜ ਕੇ ਵਿਛਾਉਣੇ, ਝਾੜੂ ਬਹਾਰੂ ਦੀ ਸੇਵਾ ਕਰਨੀ, ਉਹਦੇ ਨਾਲ ਸੰਗਤ ਦੇ ਚਰਨਾਂ ਦੀ ਧੂੜ ਸਾਡੇ ਸਰੀਰ ਤੇ ਪੈਂਦੀ, ਇਹ ਧੂੜੀ ਦਾ ਇਸ਼ਨਾਨ ਹੈ। ਜਿਹੜਾ ਇਸ ਧੂੜੀ ਵਿੱਚ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਵਿੱਚ ਨਹਾਉਂਦਾ ਹੈ, ਨਿਰਮਲ ਪਏ ਸਰੀਰ, ਫਿਰ ਉਹਨਾਂ ਦੇ ਸਰੀਰ ਭਾਈ ਪਵਿੱਤਰ ਹੋ ਜਾਂਦੇ ਨੇ। ਜਿਹੜਾ ਕੱਲਾ ਪਾਣੀ ਹੈ ਉਹ ਤਨ ਦੀ ਮੈਲ ਨੂੰ ਦੂਰ ਕਰਦਾ ਹੈ, ਤੇ ਜਿਹੜਾ ਸਾਬਣ ਤੇ ਪਾਣੀ ਹੈ ਉਹ ਮਲ ਮੂਤਰ ਦੀ ਮੈਲ ਨੂੰ ਦੂਰ ਕਰਦੇ ਨੇ। ਤੇ ਜਿਹੜੀ ਸਤਿਗੁਰੂ ਦੀ ਬਾਣੀ ਤੇ ਪਰਮੇਸ਼ਰ ਦਾ ਨਾਮ ਹੈ, ਇਹ ਸਾਡੇ ਮਨ ਦੀ, ਸਾਡੀ ਬੁੱਧੀ ਦੀ ਮੈਲ ਨੂੰ ਧੋਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੇ ਮਹਾਂਪੁਰਖਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਦੇ ਹਨ, ਸ਼ਰਧਾ ਭਾਵਨਾ ਦੇ ਨਾਲ ਸਫਾਈ ਦੀ, ਝਾੜੂ ਬਹਾਰੂ ਦੀ ਸੇਵਾ ਕਰਦੇ ਹਨ, ਉਹਨਾਂ ਦੇ ਤਨ ਵੀ ਤੇ ਮਨ ਵੀ, ਤਿੰਨ ਸਰੀਰ ਨੇ, ਕਾਰਨ ਸੂਖਮ ਤੇ ਅਸਥੂਲ, ਉਹ ਸਾਰੇ ਪਵਿੱਤਰ ਹੋ ਜਾਂਦੇ ਹਨ। ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਉਹਨਾਂ ਮਹਾਂਪੁਰਖਾਂ ਨੇ ਹਰ ਇੱਕ ਤੇ ਆਇਆ, ਇੱਕ ਨੂੰ ਤੇ ਆਇਆ ਸੀ, ਤੇ ਉਹਦਾ ਫਲ ਕੀ ਹੋਇਆ? ਪੂਰਨ ਪ੍ਰਭ ਪਾਇਆ। ਉਹਨਾਂ ਨੇ ਉਸ ਪੂਰਨ ਪ੍ਰਭੂ ਨੂੰ, ਸਰਬ ਕਲਾ ਸਮਰੱਥ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਫਿਰ ਉਹਨਾਂ ਦੇ ਮਨ ਵੀ ਤੇ ਤਨ ਵੀ ਮਾਇਆ ਵੱਲੋਂ, ਵਿਸ਼ਿਆਂ ਵੱਲੋਂ, ਪਦਾਰਥਾਂ ਵੱਲੋਂ ਸੰਤੁਸ਼ਟ ਹੋ ਗਏ। ਭਾਵ ਉਹਨਾਂ ਦੇ ਮਨ ਨੂੰ ਸੰਤੋਖ ਪ੍ਰਾਪਤ ਹੋ ਗਿਆ। ਤਰੇ ਕੁਟੰਬ ਸੰਗ ਲੋਗ, ਕੁਲ ਸਵਾਇਆ। ਐਸੇ ਜਿਹੜੇ ਮਹਾਂਪੁਰਖ ਨੇ ਆਪ ਜਪੈ, ਅਵਰਹ ਨਾਮ ਜਪਾਵੇ। ਤਰੇ ਕੁਟੰਬ ਸੰਗ ਲੋਕ, ਜਿਹੜੇ ਉਹਨਾਂ ਦੇ ਪਰਿਵਾਰ ਦੇ ਲੋਕ ਸਨ, ਉਹ ਉਹਨਾਂ ਮਹਾਂਪੁਰਖਾਂ ਦੀ ਸੰਗਤ ਤੇ ਉਹਨਾਂ ਦੇ ਨਕਸ਼ੀ ਕਦਮਾਂ ਤੇ ਚੱਲ ਕੇ ਤੇ ਨਾਲ ਉਹਨਾਂ ਦੇ ਬਚਨਾਂ ਨੂੰ ਕਮਾ ਕੇ ਉਹ ਵੀ ਤਰ ਜਾਂਦੇ ਨੇ। ਤੇ ਕੁੱਲ ਸਬਾਇਆ, ਜਿੰਨੀਆਂ ਕੁਲਾਂ ਨੇ ਉਹ ਵੀ ਸਾਰੀਆਂ ਤਰ ਜਾਂਦੀਆਂ ਨੇ। ਭਗਤ ਜਨਾ ਕੇ 21 ਹੀ ਕੁਲ ਉਧਾਰੇ, ਇਹ ਵੀ ਬਾਣੀ ਵਿੱਚ ਪੰਕਤੀ ਆਈ। 21 ਕੁਲਾਂ ਕਿਹੜੀਆਂ ਹੁੰਦੀਆਂ ਨੇ? 9 ਦਾਦਕਿਆਂ ਦੀਆਂ ਤੇ 9 ਨਾਨਕਿਆਂ ਦੀਆਂ ਤੇ 9 ਸਹੁਰੇ ਪਰਿਵਾਰ ਦੀਆਂ।
ਪਰ ਇਹਦੇ ਵਿੱਚ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਇੱਕ ਖਾਸ ਵਿਚਾਰ ਵੀ ਦੱਸਦੇ ਸਨ ਵੀ ਜਿਹੜਾ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਾ ਹੈ ਅਤੇ ਉਹਨਾਂ ਦੇ ਬਚਨਾਂ ਨੂੰ ਮੰਨਦਾ ਹੈ, ਉਹਦਾ ਉਧਾਰ ਹੁੰਦਾ ਹੈ। ਇਹ ਵੀ ਸਤਿਗੁਰੂ ਦੇ ਬਚਨ ਨੇ ਨਾ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਧਰੀਆ। ਜਿਹੜਾ ਉਹਨਾਂ ਮਹਾਂਪੁਰਖਾਂ ਦਾ ਬਚਨ ਨਹੀਂ ਮੰਨਦਾ, ਭਾਵੇਂ ਫਿਰ ਉਹਨਾਂ ਦਾ ਪੁੱਤਰ ਵੀ ਹੋਵੇ, ਪੋਤਰਾ ਵੀ ਹੋਵੇ, ਭਰਾ ਵੀ ਹੋਵੇ, ਪਿਓ ਵੀ ਹੋਵੇ, ਜਿਹੜਾ ਬਚਨ ਨਹੀਂ ਨਾ ਮੰਨਦਾ ਉਹਦਾ ਨਹੀਂ ਭਲਾ ਹੁੰਦਾ। ਜਿਹੜਾ ਬਚਨ ਕਮਾਵੇਗਾ ਭਲਾ ਉਹਦਾ ਹੀ ਹੋਣਾ। ਇਸੇ ਲਈ ਦੋ ਕਿਸਮ ਦੀ ਕੁਲ, ਇੱਕ ਬਿੰਦੀ ਕੁਲ ਅਤੇ ਨਾਦੀ ਕੁਲ। ਬਿੰਦੀ ਕੁਲ ਅਤੇ ਪਿਤਾ ਪੁਰਖੀ ਜਿਹੜੀ ਪੀੜ੍ਹੀ ਚੱਲਦੀ ਉਹਨੂੰ ਕਹਿੰਦੇ ਨੇ, ਅਤੇ ਨਾਦੀ ਕੁਲ ਜਿਵੇਂ ਆਪਾਂ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਆ ਅਤੇ ਗਾਂਹ ਸਾਡੇ ਬੱਚੇ ਵੀ ਅੰਮ੍ਰਿਤ ਛਕਦੇ ਨੇ, ਇਹ ਨਾਦੀ ਕੁਲ ਹੈ। ਨਾਦੀ ਕੁਲ ਵੀ ਅਤੇ ਬਿੰਦੀ ਕੁਲ ਵੀ, ਉਹ ਵੀ ਉਹਨਾਂ ਦੀ ਤਰ ਜਾਂਦੀ ਹੈ। ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਲਓ ਹੁਣ 19ਵੇਂ ਸ਼ਲੋਕ ਦੇ ਵਿੱਚ ਗੁਰੂ ਦੀ ਮਹਿਮਾ ਉਚਾਰਨ ਕਰਦੇ ਨੇ। ਗੁਰੂ ਕੀ ਹੈ? ਗੁਰ ਗੋਬਿੰਦ, ਗੁਰੂ ਪਰਮੇਸ਼ਰ ਹੈ, ਗੁਰੂ ਗੋਪਾਲ ਹੈ ਅਤੇ ਗੁਰਪੂਰਨ ਨਾਰਾਇਣ ਹੈ। ਗੁਰੂ ਪੂਰਨ ਨਾਰਾਇਣ ਪਰਮੇਸ਼ਰ ਦਾ ਰੂਪ ਹੈ। ਇਹ ਇੱਕ ਸਿੱਖੀ ਦਾ ਸਿਧਾਂਤ ਹੈ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਡੇ 10 ਗੁਰੂ ਸਾਹਿਬਾਨ ਕੌਣ ਸਨ? ਆਪ ਪਰਮੇਸ਼ਰ ਸਨ। ਇਸੇ ਲਈ ਹਾਜ਼ੂਰ ਫਰਮਾਉਂਦੇ ਨੇ ਗੁਰੂ ਹੀ ਗੋਬਿੰਦ ਹੈ, ਗੁਰੂ ਹੀ ਗੋਪਾਲ ਹੈ ਅਤੇ ਗੁਰੂ ਪੂਰਨ ਨਾਰਾਇਣ ਪਰਮੇਸ਼ਰ ਦਾ ਰੂਪ ਹੈ। ਗੋਬਿੰਦ ਦਾ ਅਰਥ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਗੋ ਗੁਰਾਂ ਦੀ ਬਾਣੀ ਕਰਕੇ ਜਾਣਨ ਯੋਗ ਹੈ। ਗੋਪਾਲ ਪ੍ਰਿਥਵੀ ਦਾ ਪਾਲਕ ਵੀ ਗੁਰੂ ਹੈ ਅਤੇ ਗੁਰੂ ਪੂਰਨ ਨਾਰਾਇਣ। ਨਾਰਾਇਣ ਸ਼ਬਦ ਦੇ ਅਰਥ ਤਾਰਾ ਸਿੰਘ ਨਰੋਤਮ ਜੀ ਨੇ 11 ਅਰਥ ਕੀਤੇ ਨੇ। ਨਰਾਂ ਨਰਾਂ ਵਿੱਚ ਇਸ ਦਾ ਘਰ ਹੈ। ਨਾਰਾਇਣ ਜੀ ਦੇ ਵਿੱਚ ਅਵਿਦਿਆ ਦੀ ਰਾਤ ਨਹੀਂ। ਐਸਾ ਜੋ ਅਕਾਲ ਪੁਰਖ ਹੈ, ਗੁਰੂ ਉਸ ਦਾ ਸਰੂਪ ਹਨ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਤ ਉਦਾਹਰਣ ਹੈ। ਬਈ ਗੁਰੂ ਮਹਾਰਾਜ ਦਇਆ ਦੇ ਭੰਡਾਰ ਨੇ। ਗੁਰੂ ਮਹਾਰਾਜ ਸਰਬ ਕਲਾ ਸਮਰੱਥ ਨੇ, ਜੋ ਮਰਜ਼ੀ ਕਰਨਾ ਚਾਹੁਣ ਕਰ ਸਕਦੇ ਨੇ। ਗੁਰੂ ਨਾਨਕ ਪਤ ਤੇ ਉਦਾਹਰਣ ਹੈ। ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਨੇ, ਜਿਹੜੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਕਰ ਦਿੰਦੇ ਨੇ। ਹੁਣ ਵੇਖ ਲਓ, ਭੂਮੀਏ ਵਰਗੇ ਚੋਰ ਸਨ, ਸੱਜਣ ਠੱਗ ਵਰਗੇ ਪਖੰਡੀ ਲੋਕ ਸਨ, ਕੌਡੇ ਵਰਗੇ ਰਾਖਸ਼ ਸਨ, ਉਹਨਾਂ ਦਾ ਵੀ ਸਤਿਗੁਰੂ ਮਹਾਰਾਜ ਨੇ ਉਧਾਰ ਕਰ ਦਿੱਤਾ। ਭੌਜਲ ਬਿਖਮ ਅਸੁਗਾਹੋ, ਗੁਰ ਬੋਹਿਤ ਹੈ ਤਾਰੀਅਮ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ ਭੌਜਲ ਬਿਖਮ ਅਸਗਾਹੋ। ਭੌਜਲ ਤੋਂ ਭਾਵ ਹੈ ਭਵਜਲ। ਇਹ ਸੰਸਾਰ ਸਮੁੰਦਰ ਬਹੁਤ ਡਰਾਉਣਾ ਹੈ। ਬਿਖਮ ਇਸ ਨੂੰ ਤਰਨਾ ਵੀ ਬਹੁਤ ਔਖਾ ਹੈ। ਅਸਗਾਹੋ ਡੂੰਘਾ ਵੀ ਬਹੁਤ ਹੈ। ਇਸ ਤੋਂ ਕਿਵੇਂ ਪਾਰ ਹੋਇਆ ਜਾ ਸਕਦਾ ਹੈ? ਗੁਰ ਬੋਹਿਤ ਹੈ ਤਾਰਿਅਮ। ਵੀ ਗੁਰੂ ਮਹਾਰਾਜ ਨੇ ਜਹਾਜ਼ ਬਣ ਕੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਯੁਗ ਦੇ ਬੋਹਿਤ ਹਨ। ਆਪ ਜਹਾਜ਼ ਬਣ ਕੇ ਤਾਰਿਅਮ, ਉਹਨਾਂ ਨੇ ਸਾਨੂੰ ਇਸ ਪਾਪ ਸਾਗਰ ਤੋਂ ਪਾਰ ਕਰ ਦਿੱਤਾ ਹੈ। ਨਾਨਕ ਪੂਰ ਕਰਮ, ਸਤਿਗੁਰ ਚਰਣੀ ਲੱਗਿਆ। ਜਿਹੜਾ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਆ ਕੇ ਚਰਣੀ ਲੱਗ ਜਾਂਦਾ ਹੈ ਤੇ ਸਤਿਗੁਰੂ ਦੇ ਚਰਣੀ ਲੱਗਿਆਂ ਨਾਨਕ ਪੂਰ ਕਰਮ, ਉਹਦੇ ਭਾਗ ਪੂਰੇ ਬਣ ਜਾਂਦੇ ਨੇ। ਕਈ ਕਹਿੰਦੇ ਸਾਡੇ ਤੇ ਭਾਗ ਹੀ ਮਾੜੇ ਨੇ, ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਦੀ ਦਾਤ ਨਹੀਂ ਪ੍ਰਾਪਤ ਹੋਈ, ਅਸੀਂ ਬਹੁਤੀ ਬਾਣੀ ਨਹੀਂ ਪੜ੍ਹ ਸਕਦੇ, ਬਹੁਤੀ ਸੇਵਾ ਨਹੀਂ ਕਰ ਸਕਦੇ, ਸਾਡੇ ਭਾਗ ਮਾੜੇ ਨੇ। ਪਰ ਭਾਗਾਂ ਨੂੰ ਬਣਾਉਣਾ ਪੈਂਦਾ। ਭਾਗ ਆਪਣੇ ਆਪ ਨਹੀਂ ਬਣਦੇ, ਕੁਛ ਕਰਨਾ ਪੈਂਦਾ। ਇਸੇ ਲਈ ਹਾਜ਼ੂਰ ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਰਸ ਨੇ ਸਤਿਗੁਰ ਚਰਨੀ ਲੱਗਿਆ। ਜਦੋਂ ਲੋਹਾ ਪਾਰਸ ਨੂੰ ਛੋ ਜਾਵੇਗਾ ਫਿਰ ਉਹ ਸੋਨਾ ਜ਼ਰੂਰ ਬਣ ਜਾਂਦਾ। ਆਪਾਂ ਗੁਰੂ ਦੇ ਚਰਨੀ ਲੱਗਣੇ। ਗੁਰੂ ਦੇ ਚਰਨੀ ਲੱਗਣ ਤੋਂ ਭਾਵ ਇਹ ਹੈ ਗੁਰੂ ਦੀ ਸਿੱਖੀ ਨੂੰ ਅਤੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ। ਖੰਡੇ ਬਾਟੇ ਦਾ ਅੰਮ੍ਰਿਤ ਛਕਣਾ,
ਬਾਣੀ ਬਾਣੀ ਦੀ ਰਹਿਤ ਵਿੱਚ ਪਰਪੱਕ ਹੋਣਾ ਹੈ ਅਤੇ ਨਾਲ ਹੀ ਸਤ, ਸੰਤੋਖ, ਦਇਆ, ਧਰਮ, ਵਿਚਾਰ ਇਹ ਸਿੱਖੀ ਦੇ ਗੁਣਾਂ ਨੂੰ ਧਾਰਨ ਕਰਨਾ ਹੈ ਤੇ ਨਾਲ ਸੇਵਾ ਸਿਮਰਨ ਦੀ ਘਾਲ ਵੀ ਘਾਲਣੀ ਹੈ ਤੇ ਫਿਰ ਸਾਡਾ ਵੀ ਉਧਾਰ ਹੋ ਸਕਦਾ ਹੈ। ਹਾਜ਼ੂਰ ਕਹਿੰਦੇ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ। ਭਾਈ ਜਿਹੜਾ ਸਤਿਗੁਰੂ ਦੇ ਚਰਨੀ ਲੱਗ ਜਾਂਦਾ ਹੈ ਉਹਦੇ ਪੂਰੇ ਕਰਮ ਪੂਰੇ ਭਾਗ ਬਣ ਜਾਂਦੇ ਹਨ। ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ। ਪੌੜੀ ਵਿੱਚ ਵੀ ਗੁਰੂ ਮਹਾਰਾਜ ਦੀ ਮਹਿਮਾ ਹੀ ਹੈ। ਧੰਨ ਹਨ ਗੁਰਦੇਵ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੰਜਵੇਂ ਸਰੂਪ ਉਚਾਰਨ ਕਰਦੇ ਨੇ ਤੇ ਹੁਣ ਸਾਡੇ ਲਈ ਦਸੋ ਸਤਿਗੁਰੂ ਸਾਹਿਬਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨਤਾ ਯੋਗ ਨੇ। ਜਿਸ ਸੰਗ ਹਰ ਜਪੇ, ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਹੀ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਾਨੂੰ ਗੁਰਮਤਿ ਨਾਮ ਦ੍ਰਿੜ ਕਰਾਉਂਦੇ ਨੇ ਤੇ ਫਿਰ ਉਸ ਨਾਮ ਦੀ ਕਮਾਈ ਵੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਆਪ ਜਪਾਏ ਜਪੈ ਸੋ ਨਾਮ। ਇਸੇ ਲਈ ਹਜ਼ੂਰ ਕਹਿੰਦੇ ਧੰਨ ਹਨ ਗੁਰਦੇਵ ਸਤਿਗੁਰੂ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਅਸੀਂ ਵਾਹਿਗੁਰੂ ਦਾ ਨਾਮ ਜਪ ਰਹੇ ਹਾਂ। ਗੁਰ ਕਿਰਪਾਲ ਜਬ ਭਏ ਤਾ ਅਵਗਣ ਸਭ ਛਪੇ। ਲੋ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਗੁਰਸਿੱਖ ਮਾਈ ਭਾਈ ਤੇ ਮਿਹਰਬਾਨ ਹੁੰਦੇ ਨੇ ਤਾਂ ਅਵਗੁਣ ਸਭ ਛਪੇ। ਜਿਹੜੇ ਫਿਰ ਉਹਦੇ ਔਗਣ ਨੇ, ਐਬ ਨੇ, ਉਹ ਸਾਰੇ ਹੀ ਨਾਸ ਹੋ ਜਾਂਦੇ ਨੇ। ਛਪੇ ਤੋਂ ਭਾਵ ਆਲੋਪ ਹੋ ਜਾਣਾ, ਗਾਇਬ ਹੋ ਜਾਣਾ, ਚਲੇ ਜਾਣਾ, ਛਪਣ ਹੋ ਜਾਣਾ, ਇਹ ਅਰਥ ਨੇ। ਹਾਜ਼ੂਰ ਕਹਿੰਦੇ ਜਦੋਂ ਗੁਰੂ ਮਹਾਰਾਜ ਕਿਸੇ ਤੇ ਮਿਹਰਬਾਨ ਹੁੰਦੇ ਨੇ ਫਿਰ ਉਹਦੇ ਸਾਰੇ ਔਗਣ ਨਾਸ ਹੋ ਜਾਂਦੇ ਹਨ। ਪਾਰ ਬ੍ਰਹਮ ਗੁਰਦੇਵ ਨੀਚੋ ਉੱਚ ਥਪੇ। ਬਈ ਸਾਡੇ ਗੁਰੂ ਪਾਰ ਬ੍ਰਹਮ ਨੇ, ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨੇ। ਨੀਚੋਂ ਉੱਚ ਥਪੇ, ਜਿਨ੍ਹਾਂ ਨੇ ਨੀਵਿਆਂ ਨੂੰ ਉੱਚੀ ਥਾਂ ਤੇ ਥਪੇ ਦਾ ਅਰਥ ਬਿਠਾ ਦਿੱਤਾ। ਹੁਣ ਗੁਰੂ ਨਾਨਕ ਸਾਹਿਬ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਭਾਈ ਲਾਲੋ ਨੂੰ ਗਲ ਦੇ ਨਾਲ ਲਾਇਆ ਤੇ ਮਲਕ ਭਾਗੂ ਵਰਗਿਆਂ ਨੂੰ ਸਮਾਜ ਦੇ ਸਾਹਮਣੇ ਨੰਗਾ ਕੀਤਾ ਤੇ ਆਖਿਆ ਸੀ ਭਾਈ ਲਾਲੋ ਦੀ ਧਰਮ ਦੀ ਕਿਰਤ ਦੁੱਧ ਵਰਗੀ ਪਵਿੱਤਰ ਹੈ ਤੇ ਜਿਹੜਾ ਤੁਸੀਂ ਲੋਕਾਂ ਦਾ ਖੂਨ ਵੀਟਿਆ ਹੈ, ਲਹੂ ਪਸੀਨੇ ਦੀ ਕਮਾਈ ਨੂੰ ਖੋਇਆ ਹੈ ਤੇ ਉਹਦੇ ਪੂਰੀਆਂ ਕਟੋਰੀਆਂ ਵਿੱਚੋਂ ਲਹੂ ਦੀਆਂ ਧਾਰਾਂ ਵਹਾ ਕੇ ਇਹ ਦੱਸਿਆ ਸੀ ਵੀ ਇਹ ਤੁਸੀਂ ਲੋਕਾਂ ਦਾ ਲਹੂ ਪੀ ਰਹੇ ਹੋ ਤੇ ਨਾਲੇ ਦੂਜਿਆਂ ਨੂੰ ਵੀ ਲਹੂ ਪਿਆ ਰਹੇ ਹੋ। ਇਉਂ ਗੁਰੂ ਮਹਾਰਾਜ ਨੇ ਨੀਚੋਂ ਉੱਚ ਥਪੇ। ਹੁਣ ਜਦੋਂ 10ਵੇਂ ਜਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਉਹਨਾਂ ਨੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ, ਪਹਾੜੀ ਰਾਜਿਆਂ ਨੂੰ ਸੱਦਿਆ। ਕਹਿਣ ਲੱਗੇ ਭਾਈ ਦੇਖੋ ਤੁਹਾਡੇ ਹਿੰਦੂ ਧਰਮ 'ਤੇ ਬੜਾ ਵੱਡਾ ਜ਼ੁਲਮ ਹੋ ਰਿਹਾ। ਤੁਹਾਡੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਅਸੀਂ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ। ਆਓ ਹੁਣ ਆਪਾਂ ਇਕੱਠੇ ਹੋਈਏ, ਇਸ ਜ਼ੁਲਮ ਦੇ ਖਿਲਾਫ ਆਪਾਂ ਧਰਮ ਯੁੱਧ ਆਰੰਭ ਕਰੀਏ, ਤੁਸੀਂ ਸਾਡੇ ਨਾਲ ਸਹਿਯੋਗ ਦਿਓ। ਉਹ ਪਹਾੜੀ ਰਾਜੇ ਡਰਪੋਕ ਸਨ। ਕਹਿਣ ਲੱਗੇ ਨਹੀਂ, ਨਾ ਤੇ ਅਸੀਂ ਤੁਹਾਡੇ ਸਿੱਖਾਂ ਦੇ ਨਾਲ ਜਿਹੜੇ ਨੀਵੀਆਂ ਜਾਤਾਂ ਦੇ ਨੇ ਇਹਨਾਂ ਦੇ ਨਾਲ ਅਸੀਂ ਇਕੱਠਾ ਅੰਮ੍ਰਿਤ ਨਹੀਂ ਛਕ ਸਕਦੇ ਤੇ ਬਾਕੀ ਜਿਹੜੇ ਹਿੰਦੂ ਧਰਮ ਦੇ ਚੰਨ ਨੇ, ਜੰਜੂ, ਬੋਧੀ, ਤਿਲਕ, ਅਸੀਂ ਉਹ ਵੀ ਨਹੀਂ ਛੱਡਣਾ। ਇਸ ਲਈ ਤੀਸਰੀ ਗੱਲ, ਅਸੀਂ ਹਕੂਮਤ ਦੇ ਨਾਲ ਟੱਕਰ ਲੈਣ ਜੋਗੇ ਨਹੀਂ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਤੁਸੀਂ ਸਾਡਾ ਬਚਨ ਨਹੀਂ ਮੰਨਣਾ ਤੇ ਤੁਹਾਡੀ ਮਰਜ਼ੀ ਹੈ, ਪਰ ਹੁਣ ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿੰਦੇ ਹੋ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਹੁਣ ਅਸੀਂ ਉਹਨਾਂ ਉੱਚਿਆਂ ਨੂੰ, ਉਹਨਾਂ ਨੀਵਿਆਂ ਨੂੰ ਉੱਚੇ ਸਰਦਾਰ ਬਣਾਵਾਂਗੇ। ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨ ਪਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਵੈ ਗੋਬਿੰਦ ਸਿੰਘ ਨਾਮ ਕਹਾਉ। ਇਹ ਹੈ ਗੁਰੂ ਦਾ ਰੁਤਬਾ, ਇਹ ਹੈ ਗੁਰੂ ਦੀ ਰਹਿਮਤ।
ਜਿਨ੍ਹਾਂ ਨੇ ਨੀਵਿਆਂ ਨੂੰ ਉੱਚੇ ਬਣਾ ਦਿੱਤਾ। ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਹੜੇ ਸਿੱਖ ਮਾਈ ਭਾਈ ਮਾਇਆ ਦੀ ਸਿਲਕ ਫਾਹੀ ਦੇ ਦੁੱਖ ਦੇ ਵਿੱਚ ਫਸੇ ਹੋਏ ਸਨ, ਤੇ ਉਹਨਾਂ ਦੇ ਗਲ ਦੇ ਵਿੱਚੋਂ ਮਾਇਆ ਦੇ ਦੁੱਖ ਦੀ ਫਾਹੀ ਨੂੰ ਕੱਟ ਕੇ ਕਰ ਲੀਨੇ ਆਪ ਦਸੇ, ਉਹਨਾਂ ਨੂੰ ਆਪਣੇ ਦਾਸ ਸੇਵਕ ਬਣਾ ਲਿਆ। ਗੁਣ ਗਾਏ ਬੇਅੰਤ ਰਸਨਾ ਹਰ ਜਸੇ। ਇਹ ਜਿਹੜਾ ਦਸੇ ਸ਼ਬਦ ਹੈ ਨਾ, ਇਹ ਕਾਵ ਰਚਨਾ ਦੇ ਵਿੱਚ ਇਹ ਦੀਰਘ ਮਾਤਰਾ ਤੋਂ ਲਘੂ ਮਾਤਰਾ ਦੇ ਵਿੱਚ ਲਿਖਿਆ ਗਿਆ ਹੈ। ਇਹ ਦਾਸ ਸ਼ਬਦ ਤੋਂ ਦਸੇ ਸ਼ਬਦ ਬਣੇ, ਕਿਉਂਕਿ ਕਾਵ ਰਚਨਾ ਦਾ ਤੋਲ ਪੂਰਾ ਕਰਨਾ ਸੀ। ਦਸੇ ਦਾ ਅਰਥ ਦਾਸ, ਉਹਨਾਂ ਨੂੰ ਆਪਣੇ ਦਾਸ ਸੇਵਕ ਬਣਾ ਲਿਆ। ਗੁਣ ਗਾਏ ਬੇਅੰਤ, ਉਹਨਾਂ ਨੂੰ ਦਾਸ ਬਣਾ ਲਿਆ। ਫਿਰ ਉਹਨਾਂ ਨੇ ਬੇਅੰਤ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਉਹ ਵੀ ਬਾਣੀ ਪੜ੍ਹਨ ਲੱਗ ਪਏ, ਉਹ ਵੀ ਕੀਰਤਨ ਕਰਨ ਲੱਗ ਪਏ, ਉਹ ਵੀ ਕਥਾ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਲੱਗ ਪਏ, ਤੇ ਰਸਨਾ ਹਰ ਜਸੇ, ਤੇ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਜਸ ਉਚਾਰਨ ਕਰਨ ਲੱਗ ਪਏ। ਸ਼ਲੋਕ ਦ੍ਰਿਸ਼ਟਾਂਤ ਏਕੋ ਸੁਨਿਯੰਤ ਏਕੋ ਵਰਤਾਂਤ ਏਕੋ ਨਰ ਹਰ ਹੈ। ਹੁਣ ਇਹ 20ਵਾਂ ਸ਼ਲੋਕ ਹੈ, ਜਾਂ ਇਉਂ ਕਹਿ ਲਓ ਪੌੜੀਆਂ ਦੀ ਗਿਣਤੀ 20 ਹੈ, ਤੇ ਇੱਕ ਇੱਕ ਪੌੜੀ ਦੇ ਨਾਲ 2-2 ਸ਼ਲੋਕ ਨੇ। ਇਸ ਢੰਗ ਦੇ ਨਾਲ ਇਹ ਸਾਰੀ ਵਾਰ ਲਿਖੀ ਗਈ ਹੈ। ਹੁਣ ਅਖੀਰਲੇ ਸ਼ਲੋਕਾਂ ਵਿੱਚ ਤੇ ਪੌੜੀ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਹੀ ਬਿਆਨ ਕਰਦੇ ਨੇ। ਦ੍ਰਿਸ਼ਟਾਂਤ ਏਕੋ, ਗੁਰਮੁਖ ਪਿਆਰੇ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਦੇਖਦੇ ਨੇ। ਉਹਨਾਂ ਦੀ ਦ੍ਰਿਸ਼ਟੀ ਵਿੱਚ ਸਿਵਾਏ ਅਕਾਲ ਪੁਰਖ ਤੋਂ ਹੋਰ ਕੋਈ ਦਿਖਾਈ ਦਿੰਦਾ ਹੀ ਨਹੀਂ। ਇਹੋ ਵਿਸ਼ਵ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਭਾਈ ਕਨ੍ਹਈਆ ਜੀ ਦੀ ਜਦੋਂ ਸ਼ਿਕਾਇਤ ਲੱਗੀ ਬਈ ਇਹ ਪਹਾੜੀਆਂ ਨੂੰ, ਤੁਰਕਾਂ ਨੂੰ ਜਾ ਕੇ ਜਲ ਛਕਾਉਂਦੇ ਨੇ, ਤੇ ਇਸ ਲਈ ਇਹਨਾਂ ਦੀ ਦਰਿਆਫਤ ਹੋਣੀ ਚਾਹੀਦੀ ਹੈ, ਇਨਕੁਆਰੀ ਹੋਣੀ ਚਾਹੀਦੀ ਹੈ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਜਦੋਂ ਕਲਗੀਧਰ ਪਾਤਸ਼ਾਹ ਨੇ ਭਾਈ ਕਨ੍ਹਈਆ ਜੀ ਨੂੰ ਪੁੱਛਿਆ ਬਈ ਕੀ ਤੁਸੀਂ ਇਹ ਪੰਥ ਦੇ ਦੁਸ਼ਮਣਾਂ ਨੂੰ ਜਲ ਛਕਾਉਂਦੇ ਹੋ, ਉਹ ਅੱਗੋਂ ਕਹਿਣ ਲੱਗੇ, ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਦੁਸ਼ਮਣ ਕੌਣ ਹੁੰਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕੀਓ ਮੇਰਾ ਰਾਜਨ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਨੂੰ ਪਾਈ। ਮਹਾਰਾਜ ਮੈਂ ਕਦੀ ਇਹ ਗਲਤੀ ਕਰ ਸਕਦਾ? ਕਹਿੰਦੇ ਫਿਰ ਸੱਚ ਦੱਸ ਕਿਹਨੂੰ ਪਾਣੀ ਪਿਆਉਣਾ ਹੁੰਦਾ? ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਜਦੋਂ ਵੀ ਕਿਸੇ ਦੇ ਚਿਹਰੇ ਵੱਲ ਤੱਕਦਾ ਹਾਂ, ਉਹਦੀਆਂ ਅੱਖਾਂ ਵਿੱਚ ਤੱਕਦਾ ਹਾਂ, ਤੇ ਮੈਨੂੰ ਤੁਹਾਡੇ ਦੀਦਾਰ ਹੁੰਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕੋਲੇ ਬੈਠੇ ਸਨ, ਤੇ ਉਹਨਾਂ ਨੇ ਉਸ ਵੇਲੇ ਆਖਿਆ ਸੀ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਅੱਖਾਂ ਵਿੱਚ ਜਿਹੜਾ ਨੂਰ ਹੈ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡਾ ਹੀ ਸਾਨੂੰ ਨਜ਼ਰ ਆਉਂਦਾ। ਸਾਡੇ ਸਰੀਰ ਵਿੱਚ ਜਿਹੜੀ ਜ਼ਮੀਰ ਹੈ, ਰੂਹ ਹੈ, ਉਹ ਵੀ ਤੁਹਾਡੀ ਗਈ ਹੈ। ਇਸੇ ਲਈ ਮੈਂ ਕਿਸੇ ਹੋਰ ਨੂੰ ਪਾਣੀ ਨਹੀਂ ਪਿਆਉਂਦਾ ਸੱਚੇ ਪਾਤਸ਼ਾਹ, ਮੈਂ ਤੇ ਆਪ ਜੀ ਨੂੰ ਹੀ ਜਲ ਛਕਾਉਣਾ ਹਾਂ। ਮੇਰੀ ਦ੍ਰਿਸ਼ਟੀ ਵਿੱਚ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਾਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਇਹ ਗੁਰਮੁਖਾਂ ਦੀ ਅਵਸਥਾ ਹੈ। ਹਾਜੂਰ ਨੇ ਭਾਈ ਕਨ੍ਹਈਏ ਨੂੰ ਸ਼ਾਬਾਸ਼ ਦਿੱਤੀ, ਕਹਿਣ ਲੱਗੇ, ਲੈ ਕੇ ਜਲ ਛਕਾਉਣ ਦੀ ਸੇਵਾ ਕਰਦਾ, ਲੈ ਹੁਣ ਮਾਰੋਂ ਪੱਟੀ ਵੀ ਲੈ ਜਾ, ਜੇ ਕਿਸੇ ਨੂੰ ਜ਼ਖਮ ਲੱਗਿਆ ਹੋਵੇ ਤੇ ਉਹ ਵੀ ਰਾਜੀ ਕਰ ਦੇਣਾ। ਇਹ ਹੈ ਗੁਰੂ ਕਾ ਸਿਧਾਂਤ। ਦ੍ਰਿਸ਼ਟਾਂਤ ਏਕੋ, ਉਹ ਗੁਰਮੁਖ ਪਿਆਰੇ ਸਾਰਿਆਂ ਵਿੱਚ ਇੱਕ ਨੂੰ ਦੇਖਦੇ ਨੇ, ਤੇ ਸੁਣੀਅੰਤ ਏਕੋ, ਤੇ ਸੁਣਦੇ ਵੀ ਇੱਕ ਨੂੰ ਹਨ। ਭਾਵ ਜਿੰਨੀਆਂ ਵੀ ਆਵਾਜ਼ਾਂ ਉਹਨਾਂ ਦੇ ਕੰਨਾਂ ਵਿੱਚ ਪੈਂਦੀਆਂ ਨੇ, ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਜਿੱਧਰ ਵੀ ਦੇਖਦੇ ਨੇ ਉਹਨਾਂ ਨੂੰ ਰੱਬ ਦੇ ਦੀਦਾਰ ਹੁੰਦੇ ਨੇ। ਜੋ ਵੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ, ਤੇ ਉਹਨਾਂ ਨੂੰ ਇੱਕ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ, ਉਹਦਾ ਨਾਮ ਸੁਣਾਈ ਦਿੰਦਾ ਹੈ। ਵਰਤੰਤ ਏਕੋ ਨਰਹਰ ਹੈ, ਕਿਉਂਕਿ ਕੋਈ ਨਰਹਰ ਵਾਹਿਗੁਰੂ ਸਾਰਿਆਂ ਵਿੱਚ ਵਰਤ ਰਿਹਾ ਹੈ।
ਨਾਮ ਦਾਨ ਜਾ ਚੰਤ ਨਾਨਕ ਦਇਆਲ ਪੁਰਖ ਕਿਰਪਾ ਕਰਹਿ। ਗਰੀਬ ਨਿਵਾਸ ਸਤਿਗੁਰੂ ਜੀ ਕਹਿੰਦੇ ਨੇ ਉਹ ਦਇਆਲ ਪੁਰਖ, ਦਇਆ ਦਾ ਭੰਡਾਰ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ। ਨਾਮ ਦਾਨ ਜਾ ਚੰਤ ਨਾਨਕ, ਅਸੀਂ ਵੀ ਤੇਰੇ ਦਰ ਤੋਂ ਨਾਮ ਦਾ ਦਾਨ ਮੰਗਦੇ ਹਾਂ, ਕਿਉਂਕਿ ਨਾਮ ਦੁਆਰਾ ਹੀ ਇਹ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ। ਦ੍ਰਿਸ਼ਟਾਂਤ ਏਕੋ ਸੁਨਿਆੰਤ ਏਕੋ, ਵਰਤੰਤ ਏਕੋ ਨਰ ਹਰੈ। ਸਭ ਥਾਵਾਂ ਤੇ ਵਾਹਿਗੁਰੂ ਦੀ ਦੀਦਾਰ ਹੋਣੇ ਤੇ ਸਭ ਪਾਸਿਆਂ ਤੋਂ ਵਾਹਿਗੁਰੂ ਦੇ ਨਾਮ ਨੂੰ ਸੁਣਨਾ, ਇਹ ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਹੋ ਸਕਦਾ। ਤੁਸੀਂ ਦਿਆਲੂ ਪੁਰਖੋ, ਸਾਡੇ ਤੇ ਕਿਰਪਾ ਕਰੋ, ਸਾਡੀ ਝੋਲੀ ਵਿੱਚ ਵੀ ਨਾਮ ਦੀ ਖੈਰ ਪਾ ਦਿਓ। ਹਿਕ ਸੇਵੀ ਹਿਕ ਸੰਮਲਾ ਹਰ ਇੱਕ ਸਪਹਿ ਅਰਦਾਸ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ ਸਾਡੀ ਇਹ ਇੱਕ ਅਰਦਾਸ ਹੈ, ਇੱਕ ਸਪਹਿ ਅਰਦਾਸ, ਇੱਕ ਵਾਹਿਗੁਰੂ ਦੇ ਪਾਸ ਉਹਦੇ ਚਰਨਾਂ ਵਿੱਚ ਸਾਡੀ ਅਰਦਾਸ ਹੈ, ਪ੍ਰਾਰਥਨਾ ਹੈ। ਹਿਕ ਸੇਵੀ, ਅਸੀਂ ਇੱਕ ਨੂੰ ਹੀ ਸੇਵਦੇ ਹਾਂ ਤੇ ਸੇਵਦੇ ਰਹੀਏ, ਤੇ ਇੱਕ ਨੂੰ ਹੀ ਸੰਭਲਾਂ ਅਸੀਂ ਯਾਦ ਕਰੀਏ। ਉਸ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਹਮੇਸ਼ਾ ਲਈ ਯਾਦ ਕਰਦੇ ਰਹੀਏ। ਇੱਕ ਦੀ ਸੇਵਾ ਟਹਿਲ ਭਗਤੀ ਕਰੀਏ ਤੇ ਇੱਕੋ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ। ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ। हे ਵਾਹਿਗੁਰੂ ਜੀ, ਅਸੀਂ ਨਾਮ ਰੂਪੀ ਵਖਰ ਜਿਹੜਾ ਲਾਭਦਾਇਕ ਸੌਦਾ ਹੈ, ਅਮੋਲ ਰਤਨ ਅਮੋਲਾ ਰਾਸ, ਇਸ ਨਾਮ ਰੂਪੀ ਹੀਰੇ ਮੋਤੀਆਂ ਦੇ ਧਨ ਨੂੰ ਸੰਗ੍ਰਹਿ ਕੀਤਾ ਹੈ, ਕਿਉਂਕਿ ਨਾਮ ਅਮੋਲਕ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਕੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਆਮੋਲ। ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਵਾਹਿਗੁਰੂ ਦਾ ਨਾਮ ਰਤਨ ਹੈ। ਨਾਮ ਵਖਰ ਧਨ ਸੰਚਿਆ ਸੀ, ਨਾਮ ਰੂਪੀ ਰਤਨ ਧਨ ਨੂੰ ਇਕੱਤਰ ਕੀਤਾ ਹੈ। ਤੇ ਨਾਨਕ ਸੱਚੀ ਰਾਸ, ਇਹੀ ਮਹਾਰਾਜ ਸਾਡੀ ਸੱਚੀ ਪੂੰਜੀ ਹੈ ਤੇ ਇਹਨੇ ਸਾਡੇ ਨਾਲ ਨਿਭਣਾ ਹੈ। ਪੌੜੀ ਪ੍ਰਭ ਦਇਆਲ ਬੇਅੰਤ ਪੂਰਨ ਇੱਕ ਇਹੋ। ਹੁਣ ਪੌੜੀ ਵਿੱਚ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ। ਪ੍ਰਭ ਦਇਆਲ ਬੇਅੰਤ, ਉਹ ਵਾਹਿਗੁਰੂ ਦਇਆ ਦਾ ਘਰ ਹੈ ਤੇ ਬੇਅੰਤ ਗੁਣਾਂ ਦਾ ਮਾਲਕ ਹੈ। ਪੂਰਨ ਇੱਕ ਇਹੋ, ਇੱਕ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਰਬ ਕਲਾ ਭਰਪੂਰ ਹੈ। ਦਇਆ ਦਾ ਘਰ, ਬੇਅੰਤ ਕਲਾ ਦਾ ਮਾਲਕ, ਸਰਬ ਗੁਣ ਭਰਪੂਰ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ। ਸਭ ਕਿਛ ਆਪੇ ਆਪ ਦੂਜਾ ਕਹਾ ਕੇਹੋ। ਗਰੀਬ ਨਿਵਾਸ ਸਤਿਗੁਰੂ ਜੀ ਕਹਿੰਦੇ ਨੇ ਇਹ ਹੈ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ। ਸਭ ਕੁਛ ਆਪੇ ਆਪ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਸਭ ਕੁਛ ਆਪੇ ਆਪ, ਸਭ ਕੁਛ ਵਾਹਿਗੁਰੂ ਆਪਣੇ ਆਪ ਹੀ ਹੋ ਰਿਹਾ ਹੈ। ਦੂਜਾ ਕਹਾਂ ਕਿ ਉਹ ਦੂਜਾ ਕਿੱਥੇ ਦਸੀਏ। ਉਸ ਵਾਹਿਗੁਰੂ ਤੋਂ ਬਿਨਾਂ ਹੋ ਕੇ ਦੂਜਾ ਹੈ ਹੀ ਨਹੀਂ, ਫਿਰ ਕਿਹਦੇ ਬਾਰੇ ਬਿਆਨ ਕੀਤਾ ਜਾਵੇ। ਆਪ ਕਰੋ ਪ੍ਰਭ ਦਾਨ ਆਪੇ ਆਪ ਲੇਹੋ। हे ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਰੇ ਜੀਵਾਂ ਨੂੰ ਦਾਨ ਦਿੰਦੇ ਹੋ। ਜੋ ਜੋ ਕਿਸੇ ਦੀ ਇੱਛਾ ਹੁੰਦੀ ਹੈ ਉਹਦੇ ਅਨੁਸਾਰ ਦਾਨ ਦਿੰਦੇ ਹੋ। ਤੇ ਕੋਈ ਦਾਨ ਐਸੇ ਨੇ ਜਿਹੜੇ ਬਿਨਾਂ ਮੰਗਿਆਂ ਵੀ ਸਾਨੂੰ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ। ਜੀਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿ ਕੁਰਬਾਨ। ਹਜੂਰ ਕਹਿੰਦੇ ਨੇ, हे ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਰਿਆਂ ਨੂੰ ਦਾਨ ਦਿੰਦੇ ਹੋ ਤੇ ਆਪੇ ਆਪ ਲਿਓ, ਤੇ ਫਿਰ ਆਪਣੇ ਆਪ ਲੈ ਵੀ ਲੈਂਦੇ ਹੋ। ਦਿੰਦੇ ਵੀ ਤੁਸੀਂ ਹੋ ਤੇ ਲੈਂਦੇ ਵੀ ਤੁਸੀਂ ਹੋ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸੁਖਮਨੀ ਸਾਹਿਬ ਬਾਣੀ ਵਿੱਚ ਸਮਝਾਇਆ ਹੈ ਵੀ ਜੋ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਤੇ ਪਰਉਪਕਾਰ ਕੀਤੇ ਨੇ ਤੇ ਅਸੀਂ ਉਹਨਾਂ ਨੂੰ ਹਮੇਸ਼ਾ ਲਈ ਯਾਦ ਰੱਖੀਏ, ਪਰ ਅਸੀਂ ਭੁੱਲ ਜਾਂਦੇ ਹਾਂ। 10 ਵਸਤੂ ਲਈ ਪਾਛੈ ਪਾਵੈ, ਏਕ ਬਸ ਕਾਰਨ ਬਖੋਟ ਗਵਾਵੇ, ਏਕ ਪੀਨਾ ਦੇ 10 ਪੀ ਹਿਰ ਲੈ, ਤਉ ਮੂੜਾ ਕੋ ਕਹਾਂ ਕਰੇ। ਉਹ ਵਾਹਿਗੁਰੂ ਦਿੰਦਾ ਤੇ ਉਹੀ ਲੈਂਦਾ ਹੈ। ਇਸ ਲਈ ਸਾਨੂੰ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿਣਾ ਚਾਹੀਦਾ ਹੈ। ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥੇਹੋ। हे ਵਾਹਿਗੁਰੂ ਜੀ, ਆਉਣਾ ਤੇ ਜਾਣਾ ਇਹ ਸਾਰਾ ਤੁਹਾਡਾ ਹੁਕਮ ਹੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਜੰਮਣ ਮਰਨਾ ਹੁਕਮ ਹੈ, ਭਾਣਾ ਆਵੈ ਜਾਏ,
ਆਉਣਾ ਤੇ ਜਾਣਾ ਤੁਹਾਡਾ ਹੁਕਮ ਹੀ ਹੈ ਸਾਰਿਆਂ ਤੇ। ਨਿਹਚਲ ਤੋਥੇ ਹੋ, ਹੇ ਵਾਹਿਗੁਰੂ, ਜਿਹੜਾ ਤੁਹਾਡਾ ਥੇ ਟਿਕਾਣਾ ਹੈ, ਭਾਵ ਜਿੱਥੇ ਤੁਸੀਂ ਰਹਿੰਦੇ ਹੋ, ਸੱਚਖੰਡ ਵਸੈ ਨਿਰੰਕਾਰ, ਉਹ ਹਮੇਸ਼ਾ ਲਈ ਅਚਲ ਰਹਿਣ ਵਾਲਾ ਹੈ। ਸਤਿਗੁਰੂ ਦੇ ਬਚਨ ਨੇ, ਦਿਨ ਰਬ ਚੱਲੈ ਨਿਸਸ ਚੱਲੈ, ਤਾਰਕਾ ਲਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਅਸਲੀ ਵਾਹਿਗੁਰੂ ਦਾ ਟਿਕਾਣਾ ਹੀ ਸੱਚਾ ਟਿਕਾਣਾ ਹੈ। ਨਾਨਕ ਮੰਗੈ ਦਾਨ, ਕਰ ਕਿਰਪਾ ਨਾਮ ਦੇਹੋ। ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਨਾਨਕ ਮੰਗੈ ਦਾਨ, ਮੈਂ ਆਪ ਜੀ ਦੇ ਦਰ ਤੋਂ ਇੱਕ ਦਾਨ ਮੰਗਦਾ ਹਾਂ। ਕਿਹੜਾ ਦਾਨ? ਕਰ ਕਿਰਪਾ ਨਾਮ ਦੇਹੋ, ਕਿਰਪਾ ਕਰਕੇ ਮਹਾਰਾਜ ਜੀ ਨਾਮ ਦੀ ਖੈਰ ਮੇਰੀ ਝੋਲੀ ਵਿੱਚ ਪਾ ਦਿਓ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਕਈ ਵਾਰੀ ਸਾਡੇ ਮਨ ਦੇ ਵਿੱਚ ਭੁਲੇਖਾ ਪੈਂਦਾ ਹੈ ਵੀ ਇਕੱਲਾ ਨਾਮ ਦਾ ਦਾਨ ਹੀ ਕਿਉਂ ਮੰਗਿਆ ਜਾਵੇ, ਹੋਰ ਚੀਜ਼ਾਂ ਦੀ ਸਾਨੂੰ ਬੜੀ ਲੋੜ ਹੁੰਦੀ ਹੈ, ਉਹ ਕਿਉਂ ਨਾ ਮੰਗੀਆਂ ਜਾਣ। ਇਹਦਾ ਕਾਰਨ ਇਹ ਹੈ, ਵਾਹਿਗੁਰੂ ਦਾ ਨਾਮ ਇੱਕ ਬਹੁਤ ਵੱਡਾ ਖਜ਼ਾਨਾ ਹੈ, ਤੇ ਜੋ ਵੀ ਸਾਨੂੰ ਚਾਹੀਦਾ ਹੈ ਉਹ ਨਾਮ ਦੁਆਰਾ ਸਾਨੂੰ ਪ੍ਰਾਪਤ ਹੋ ਸਕਦਾ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਨਾਮ ਨਾਲ ਜੁੜਾਂਗੇ ਤੇ ਸਭ ਕੁਝ ਮਿਲ ਸਕਦਾ ਹੈ। ਰਿੱਧ ਸਿੱਧ ਨਾਵੈ ਕੀ ਦਾਸੀ, ਹਾਲਤ ਸੁਖ ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਧਰੂ ਭਗਤ ਨੇ ਵੀ ਨਾਮ ਹੀ ਜਪਿਆ ਸੀ ਨਾ, ਤੇ ਵੇਖ ਲਓ ਉਹਨੂੰ ਨਿਸਕੰਟਕ ਰਾਜ ਵੀ ਪ੍ਰਾਪਤ ਹੋਇਆ ਤੇ ਅਮਰ ਪਦਵੀ ਵੀ ਪ੍ਰਾਪਤ ਹੋ ਗਈ। ਇਸ ਲਈ ਇਹ ਨਾ ਸਮਝੋ ਨਾਮ ਕੋਈ ਛੋਟੀ ਜੀ ਚੀਜ਼ ਹੈ। ਹਜ਼ੂਰ ਕਹਿੰਦੇ ਨਾਮ ਦੀ ਦਾਤ ਮੰਗੋ ਵਾਹਿਗੁਰੂ ਦੇ ਦਰ ਤੋਂ, ਤੇ ਫਿਰ ਉਹਦੇ ਨਾਲ ਸਾਨੂੰ ਲੋਕ ਤੇ ਪਰਲੋਕ ਦੇ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਨੇ, ਸਾਡੀਆਂ ਸਾਰੀਆਂ ਇੱਛਾਵਾਂ ਵੀ ਪੂਰੀਆਂ ਹੋ ਸਕਦੀਆਂ ਨੇ। ਇਸ ਲਈ ਨਾਮ ਦੀ ਦਾਤ ਹੀ ਸਾਨੂੰ ਮੰਗਣੀ ਚਾਹੀਦੀ ਹੈ। ਇਹ ਹੈ ਪਾਵਨ ਬਾਣੀ ਦੀ ਵਿਚਾਰ ਜੋ ਆਪਾਂ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਸੀ, ਤੇ ਅੱਜ ਗੁਰੂ ਦੀ ਮਿਹਰ ਦਾ ਸਦਕਾ ਸੰਪੂਰਨ ਹੋਈ ਹੈ। ਸਤਿਗੁਰੂ ਕਿਰਪਾ ਕਰਨ। ਇਸ ਬਾਣੀ ਦਾ ਫਲ ਇਹ ਹੈ ਕਿ ਸ਼ੋਕ ਮੋਹ ਦੀ ਨਿਵਰਤੀ, ਵਿਛੜੀ ਆਤਮਾ ਨੂੰ ਆਤਮਕ ਸ਼ਾਂਤੀ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਹੋਵੇ। ਇਹ ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਕਰਨੀ ਹੈ, ਤੇ ਇਹਦੇ ਨਾਲ ਜਾਣ ਵਾਲੇ ਨੂੰ ਆਤਮਕ ਸ਼ਾਂਤੀ ਤੇ ਪਿਛਲਿਆਂ ਨੂੰ ਧੀਰਜ ਤੇ ਹੌਸਲਾ ਪ੍ਰਾਪਤ ਹੋ ਜਾਂਦਾ ਹੈ। ਇਹ ਹੈ ਬਾਣੀ ਦਾ ਫਲ। ਸਤਿਗੁਰੂ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਆਵਣ ਜਾਣਾ ਹੁਕਮ ਸਭ, ਨਿਹਚਲ ਤੁਧ ਥੇਹੋ, ਨਾਨਕ ਮੰਗੈ ਦਾਨ, ਕਰ ਕਿਰਪਾ ਨਾਮ ਦੇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।